ਹਾਂਜੀ ਸਟੂਡੈਂਟਸ, ਅੱਜ ਅਸੀਂ ਆਪਣੀ +1 ਕਲਾਸ ਦਾ ਸੈਕਸ਼ਨ ਏ ਦਾ 6ਵਾਂ ਐਸੇ ਲੈਟਸ ਨਾਟ ਫੋਰਗੇਟ ਦਾ ਮਾਰਟਰਸ, ਜਿਸ ਨੂੰ ਕਿ ਵੰਦਨਾ ਸਹਿਗਲ ਨੇ ਕੰਪਾਈਲ ਕੀਤਾ ਹੋਇਆ ਹੈ। ਇਸ ਐਸੇ ਦੀ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਕਵਰ ਕਰਾਂਗੇ। ਤਾਂ ਸਟੂਡੈਂਟਸ, ਇਹ ਇਸ ਚੈਪਟਰ ਦੀ ਸੀਰੀਜ਼ ਦਾ ਸਾਡਾ ਪਹਿਲਾ ਵੀਡੀਓ ਹੋਏਗਾ। ਸਟੂਡੈਂਟਸ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ +1 ਕਲਾਸ ਦੇ ਮੈਂ ਪਹਿਲੇ 5 ਐਸੇ, ਜਿਨ੍ਹਾਂ ਦੇ ਵਿੱਚ ਜੈਂਡਰ ਬਾਇਸ, ਦਾ ਪੋਰਟਰੇਟ ਆਫ ਅ ਲੇਡੀ, ਲਿਬਰਟੀ ਐਂਡ ਡਿਸਿਪਲਿਨ, ਆ ਪ੍ਰੈਜ਼ੀਡੈਂਟ ਸਪੀਕਸ ਅਤੇ ਦਾ ਅਰਥ ਇਜ਼ ਨੋਟ ਆਰਸ, ਇਹ ਵਾਲੇ ਐਸੇਜ਼ ਸ਼ਾਮਿਲ ਨੇ। ਇਹਨਾਂ ਸਾਰੇ ਚੈਪਟਰਸ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਇਹਨਾਂ ਚੈਪਟਰਸ ਦੇ ਐਂਡ ਦੇ ਵਿੱਚ ਦਿੱਤੀਆਂ ਹੋਈਆਂ ਸਾਰੀਆਂ ਐਕਸਰਸਾਈਜ਼ਸ ਸੋਲੂਸ਼ਨ ਸਮੇਤ ਅਤੇ ਫਿਰ ਲੌਂਗ ਆਨਸਰ ਟਾਈਪ ਕੁਐਸਚਨ ਅਤੇ ਸ਼ਾਰਟ ਆਨਸਰ ਟਾਈਪ ਕੁਐਸਚਨਸ, ਇਹਨਾਂ ਸਾਰਿਆਂ ਦੇ ਵੀਡੀਓਜ਼ ਮੈਂ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਉਮੀਦ ਹੈ ਸਟੂਡੈਂਟਸ ਕਿ ਤੁਸੀਂ ਇਹ ਸਾਰੇ ਵੀਡੀਓਜ਼ ਜ਼ਰੂਰ ਦੇਖੇ ਹੋਣਗੇ ਅਤੇ ਆਪਣੀਆਂ ਨੋਟਬੁੱਕਸ ਤੇ ਨੋਟ ਵੀ ਕੀਤੇ ਹੋਣਗੇ। ਜੇਕਰ ਤੁਹਾਡੇ ਵੀਡੀਓਜ਼ ਇਹ ਮਿਸ ਹੋਏ ਨੇ ਤਾਂ ਮੈਂ ਸਕਰੀਨ ਦੇ ਉੱਪਰ +1 ਕਲਾਸ ਦੀ ਪਲੇਲਿਸਟ ਦਾ ਲਿੰਕ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ, ਜਿਸ ਲਿੰਕ ਤੇ ਜਾ ਕੇ ਤੁਸੀਂ ਇਹ ਵਾਲੇ ਸਾਰੇ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਤਾਂ ਸਟੂਡੈਂਟਸ, ਐਸੇ ਡਿਸਕਸ ਕਰਨ ਤੋਂ ਪਹਿਲਾਂ ਆਪਾਂ ਇਸ ਐਸੇ ਦੇ ਨੇਮ ਨੂੰ ਪਹਿਲਾਂ ਡਿਸਕਸ ਕਰ ਲੈਂਦੇ ਹਾਂ। ਤਾਂ ਇਸ ਐਸੇ ਦਾ ਨਾਮ ਹੈ ਜੀ ਲੈਟਸ ਨਾਟ ਫੋਰਗੇਟ ਦਾ ਮਾਰਟਰਸ। ਤਾਂ ਚੈਪਟਰ ਦੇ ਨੇਮ ਦੇ ਵਿੱਚ ਇੱਕ ਸ਼ਬਦ ਹੈ ਜੀ ਮਾਰਟਰਸ। ਮਾਰਟਰਸ ਸ਼ਬਦ ਦਾ ਅਸੀਂ ਮਤਲਬ ਪਹਿਲਾਂ ਗਲੋਸਰੀ 'ਚ ਦੇਖ ਲੈਂਦੇ ਹਾਂ। ਤਾਂ ਸਟੂਡੈਂਟਸ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਹਰ ਚੈਪਟਰ ਦੇ ਐਂਡ ਦੇ ਵਿੱਚ ਗਲੋਸਰੀ ਦਿੱਤੀ ਹੁੰਦੀ ਹੈ, ਜਿਵੇਂ ਕਿ ਇਸ ਚੈਪਟਰ ਦੇ ਐਂਡ ਦੇ ਵਿੱਚ ਵੀ ਦਿੱਤੀ ਹੋਈ ਹੈ। ਤਾਂ ਸਟੂਡੈਂਟ, ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਆ ਦੇਖੋ ਗਲੋਸਰੀ ਦੇ ਵਿੱਚ ਇਹ ਸਾਰੇ ਵਰਡਸ ਦਿੱਤੇ ਹੋਏ ਹਨ, ਜੋ ਕਿ ਕਾਫੀ ਜ਼ਿਆਦਾ ਨੇ। ਤਾਂ ਮੈਂ ਤੁਹਾਡੀ ਸਹੂਲੀਅਤ ਦੇ ਲਈ ਇਹ ਸਾਰੇ ਸ਼ਬਦ ਜਿੰਨੇ ਵੀ ਤੁਹਾਡੀ ਗਲੋਸਰੀ 'ਚ ਆਏ ਨੇ, ਰਾਈਟ ਹੈਂਡ ਸਾਈਡ ਸੱਜੇ ਪਾਸੇ ਇਹ ਵਾਲੇ ਵਰਡਸ ਲਿਖੇ ਨੇ, ਤਾਂ ਕਿ ਜਦੋਂ ਪੇਜ ਦੇ ਵਿੱਚ ਇਹ ਵਰਡ ਆਵੇ ਤਾਂ ਆਪਾਂ ਨਾਲ ਦੀ ਨਾਲ ਇਸ ਦਾ ਮਤਲਬ ਸਾਈਡ ਤੇ ਦੇਖ ਸਕੀਏ। ਤਾਂ ਮਾਰਟਰ ਸ਼ਬਦ ਦਾ ਮਤਲਬ ਹੁੰਦਾ ਹੈ ਜੀ, ਜਿਵੇਂ ਕਿ ਲਿਖਿਆ ਹੋਇਆ ਹੈ, ਅ ਪਰਸਨ ਹੂ ਅੰਡਰਗੋਜ਼ ਡੈਥ ਔਰ ਸਫਰਿੰਗ ਫॉर ਅ ਗ੍ਰੇਟ ਕਾਜ਼। ਇੱਕ ਅਜਿਹਾ ਇਨਸਾਨ ਜੋ ਕਿ ਸ਼ਹੀਦ ਹੁੰਦਾ ਹੈ ਜਾਂ ਬਹੁਤ ਹੀ ਕਸ਼ਟ ਝੇਲਦਾ ਹੈ ਕਿਸੇ ਮਹਾਨ ਕੰਮ ਦੇ ਲਈ। ਜਿਵੇਂ ਕਿ ਕੋਈ ਦੇਸ਼ ਭਗਤ ਹੁੰਦਾ ਹੈ, ਉਹ ਆਪਣੀਆਂ ਜਾਨਾਂ ਦੀ ਬਾਜ਼ੀ ਲਗਾ ਦਿੰਦੇ ਹੈ, ਤਾਂ ਅਸੀਂ ਉਹਨਾਂ ਨੂੰ ਮਾਰਟਰ ਕਹਿੰਦੇ ਹਾਂ। ਤਾਂ ਹੁਣ ਵੰਦਨਾ ਸਹਿਗਲ ਨੇ ਇਸ ਚੈਪਟਰ ਦਾ ਨਾਮ ਲਿਖਿਆ ਹੈ ਕਿ ਲੈਟਸ ਨਾਟ ਫੋਰਗੇਟ ਦਾ ਮਾਰਟਰ, ਕਿ ਆਓ ਆਪਾਂ ਆਪਣੇ ਸ਼ਹੀਦਾਂ ਨੂੰ ਨਾ ਭੁੱਲੀਏ। ਕਈ ਵਾਰੀ ਮੇਰੇ ਸਟੂਡੈਂਟਸ ਮੈਨੂੰ ਕਹਿ ਦਿੰਦੇ ਨੇ ਕਿ ਆਪਾਂ ਇਸ ਦਾ ਨਾਮ ਇਹ ਕਿਉਂ ਨਹੀਂ ਰੱਖਿਆ ਕਿ ਲੈਟਸ ਰਿਮੈਂਬਰ ਦਾ ਮਾਰਟਰਸ, ਕਿ ਆਪਾਂ ਸ਼ਹੀਦਾਂ ਨੂੰ ਯਾਦ ਕਰੀਏ। ਤਾਂ ਬੱਚਿਓ, ਯਾਦ ਤਾਂ ਉਹਨੂੰ ਕਰੀਦਾ ਜਿਹਨੂੰ ਆਪਾਂ ਭੁੱਲੀਦਾ। ਤਾਂ ਜੇਕਰ ਇਸ ਚੈਪਟਰ ਦਾ ਨਾਮ ਇਹ ਲਿਖਿਆ ਹੁੰਦਾ ਕਿ ਲੈਟਸ ਰਿਮੈਂਬਰ ਦਾ ਮਾਰਟਰਸ, ਤਾਂ ਇਹਦਾ ਮਤਲਬ ਤਾਂ ਇਹ ਹੋਇਆ ਕਿ ਅਸੀਂ ਆਪਣੇ ਸ਼ਹੀਦਾਂ ਦੇ ਨਾਵਾਂ ਨੂੰ ਭੁੱਲ ਗਏ ਤੇ ਅਸੀਂ ਉਹਨਾਂ ਭੁੱਲੇ ਹੋਏ ਨਾਵਾਂ ਨੂੰ ਯਾਦ ਕਰੀਏ। ਤਾਂ ਇਹ ਚੈਪਟਰ ਦਾ ਨਾਮ ਸਹੀ ਨਹੀਂ ਸੀ ਹੋਣਾ। ਤੇ ਵੰਦਨਾ ਸਹਿਗਲ ਜੀ ਨੇ ਬਹੁਤ ਹੀ ਵਧੀਆ ਇਸ ਚੈਪਟਰ ਦਾ ਨਾਮ ਲਿਖਿਆ ਕਿ ਲੈਟਸ ਨਾਟ ਫੋਰਗੇਟ ਦਾ ਮਾਰਟਰਸ, ਕਿ ਸ਼ਹੀਦਾਂ ਦੇ ਨਾਮ ਸਾਨੂੰ ਯਾਦ ਨੇ ਲੇਕਿਨ ਅਸੀਂ ਉਹਨਾਂ ਨੂੰ ਭੁੱਲੀਏ ਨਾ। ਤਾਂ ਹੁਣ ਅਸੀਂ ਆਪਣੇ ਚੈਪਟਰ ਵੱਲ ਆਉਂਦੇ ਹਾਂ ਜੀ। ਚੈਪਟਰ ਦੇ ਸ਼ੁਰੂ ਦੇ ਵਿੱਚ ਪਹਿਲਾਂ ਬੱਚਿਓ ਇੰਟਰੋਡਕਟਰੀ ਪੈਰਾ ਹੈ, ਇਸ ਨੂੰ ਅਸੀਂ ਪੜ੍ਹ ਲੈਂਦੇ ਹਾਂ ਕਿ ਪਰਮਵੀਰ ਚੱਕਰ is the highest gallantry award instituted by the government of India to be conferred on those soldiers who display exemplary courage and bravery in their fight for the honor, dignity and the protection of their motherland। ਤਾਂ ਇਸ ਇੰਟਰੋਡਕਟਰੀ ਪੈਰਾਗ੍ਰਾਫ ਦੇ ਵਿੱਚ ਬੱਚਿਓ ਪਰਮਵੀਰ ਚੱਕਰ ਦਾ ਜ਼ਿਕਰ ਹੋਇਆ ਹੈ, ਜਿਵੇਂ ਕਿ ਤੁਸੀਂ ਪਿਕ ਦੇ ਵਿੱਚ ਦੇਖ ਪਾ ਰਹੇ ਹੋ। ਪਰਮਵੀਰ ਚੱਕਰ is the highest gallantry award। ਨੋ ਗੈਲੈਂਟਰੀ ਸ਼ਬਦ ਆਇਆ ਜੀ ਤੁਹਾਡੀ ਗਲੋਸਰੀ ਦੇ ਵਿੱਚ ਸਾਹਮਣੇ ਲਿਖਿਆ ਹੈ ਕਿ courage especially in a battle, ਕਿ ਜਦੋਂ ਕਿਸੇ ਲੜਾਈ ਦੇ ਮੈਦਾਨ ਦੇ ਵਿੱਚ ਸਾਡੇ ਸਿਪਾਹੀ ਬਹੁਤ ਵੱਡਾ ਹੌਸਲਾ ਦਿਖਾਉਂਦੇ ਨੇ, ਉਸ ਨੂੰ ਅਸੀਂ ਗੈਲੈਂਟਰੀ ਕਹਿੰਦੇ ਹਾਂ ਜੀ। ਇਹ ਇੱਕ ਗੈਲੈਂਟਰੀ ਅਵਾਰਡ ਹੈ, ਸਭ ਤੋਂ ਵੱਡਾ, ਸਭ ਤੋਂ ਉੱਚਾ ਗੈਲੈਂਟਰੀ ਅਵਾਰਡ ਹੈ, ਜਿਸ ਨੂੰ ਕਿ ਭਾਰਤ ਸਰਕਾਰ ਵੱਲੋਂ ਸਥਾਪਿਤ ਕੀਤਾ ਗਿਆ। ਇੰਸਟੀਚਿਊਟ ਦਾ ਮਤਲਬ ਹੈ ਜੀ ਸਥਾਪਿਤ ਕੀਤਾ ਗਿਆ, ਅਤੇ ਇਹ ਦਿੱਤਾ ਜਾਂਦਾ ਹੈ ਕੌਨਫਰਡ ਔਨ। ਤਾਂ ਕੌਨਫਰਡ ਔਨ ਬੱਚਿਓ ਇੱਕ ਫਰੇਜ਼ਲ ਵਰਬ ਹੈ, ਤੇ ਇਸ ਦਾ ਮਤਲਬ ਹੈ ਕਿ ਅਵਾਰਡ ਦਿੱਤਾ ਜਾਣਾ, ਕੋਈ ਸਨਮਾਨ ਦਿੱਤਾ ਜਾਣਾ। ਤਾਂ ਇਹ ਸਨਮਾਨ ਉਹਨਾਂ ਸਿਪਾਹੀਆਂ ਨੂੰ ਦਿੱਤਾ ਜਾਂਦਾ ਹੈ ਜੋ ਕਿ ਸ਼ੋਅ ਕਰਦੇ ਨੇ ਐਗਜ਼ੈਂਪਲਰੀ ਕਰੇਜ। ਨਾਓ ਐਗਜ਼ੈਂਪਲਰੀ ਸ਼ਬਦ ਬੱਚਿਓ ਗਲੋਸਰੀ 'ਚ ਆਇਆ ਕਿ ਪ੍ਰੋਵਾਈਡਿੰਗ ਅ ਗੁੱਡ ਐਗਜ਼ਾਮਪਲ ਫॉर ਪੀਪਲ ਟੂ ਕਾਪੀ। ਜਦੋਂ ਆਪਾਂ ਲੋਕਾਂ ਦੇ ਲਈ ਇੱਕ ਐਗਜ਼ਾਮਪਲ ਬਣਦੇ ਆ, ਇੱਕ ਉਦਾਹਰਨ ਬਣਦੇ ਆ, ਉਸ ਨੂੰ ਅਸੀਂ ਐਗਜ਼ੈਂਪਲਰੀ ਕਹਿੰਦੇ ਆ। ਤਾਂ ਇਹਨਾਂ ਸ਼ਹੀਦਾਂ ਨੇ ਇੱਕ ਉਦਾਹਰਨ ਵਾਲੀ ਹੌਸਲਾ ਦਿਖਾਇਆ ਅਤੇ ਬਰੇਵਰੀ ਅਤੇ ਬਹਾਦਰੀ ਦਿਖਾਈ ਹੈ ਲੜਾਈ ਦੇ ਮੈਦਾਨ ਦੇ ਵਿੱਚ। ਕਾਹਦੇ ਲਈ? ਫॉर ਦਾ ਆਨਰ, ਡਿਗਨਿਟੀ ਐਂਡ ਦੀ ਪ੍ਰੋਟੈਕਸ਼ਨ ਆਫ देयर ਮਦਰਲੈਂਡ, ਆਪਣੀ ਮਾਂ ਭੂਮੀ ਦੀ ਰੱਖਿਆ ਦੇ ਲਈ। ਪ੍ਰੋਟੈਕਸ਼ਨ ਦਾ ਮਤਲਬ ਰੱਖਿਆ ਹੁੰਦਾ ਹੈ। ਡਿਗਨਿਟੀ, ਡਿਗਨਿਟੀ ਸ਼ਬਦ ਬੱਚਿਓ ਤੁਹਾਡੇ ਗਲੋਸਰੀ ਦੇ ਵਿੱਚ ਆਇਆ, ਦੇਖ ਲੈਂਦੇ ਆ ਕਿ ਅ ਕਾਮ ਐਂਡ ਸੀਰੀਅਸ ਮੈਨਰ ਦੈਟ ਡਿਜ਼ਰਵਸ ਰਿਸਪੈਕਟ, ਦਾ ਐਕਟ ਆਫ ਬੀਇੰਗ ਗਿਵਨ ਆਨਰ ਐਂਡ ਰਿਸਪੈਕਟ ਬਾਈ ਪੀਪਲ। ਤਾਂ ਸਨਮਾਨ ਨੂੰ ਕਹਿ ਸਕਦੇ ਹਾਂ ਬੱਚਿਓ। ਇੱਥੇ ਆਨਰ ਤੇ ਡਿਗਨਿਟੀ ਦਾ ਮਤਲਬ ਬੱਚੇ ਹੋ ਗਿਆ ਮਾਨ ਸਨਮਾਨ। ਆਪਣੀ ਮਾਂ ਭੂਮੀ ਦੀ ਰੱਖਿਆ ਦੇ ਲਈ ਅਤੇ ਉਸਦੇ ਮਾਨ ਸਨਮਾਨ ਦੇ ਲਈ
ਲੜਾਈ ਦੇ ਮੈਦਾਨ ਵਿੱਚ ਜਿਹੜੀ ਐਗਜ਼ੈਂਪਲਰੀ ਬਹਾਦਰੀ ਅਤੇ ਕਰੇਜ ਦਿਖਾਇਆ ਹੈ, ਉਹਨਾਂ ਸੋਲਜਰਸ ਨੂੰ ਸਾਡੇ ਭਾਰਤ ਸਰਕਾਰ ਵੱਲੋਂ ਇਹ ਪਰਮਵੀਰ ਚੱਕਰ ਜੋ ਕਿ ਹਾਈਐਸਟ ਗੈਲੈਂਟਰੀ ਅਵਾਰਡ ਹੈ, ਇਹ ਦਿੱਤਾ ਜਾਂਦਾ ਹੈ। ਵੀ ਕੈਨ ਸਲੀਪ ਇਨ ਪੀਸ ਓਨਲੀ ਬਿਕੋਜ਼ ਆਫ ਦਾ ਅਲਰਟ ਪ੍ਰੈਜ਼ੈਂਸ ਆਫ ਥੀਸ ਸੈਂਟੀਨਲ ਐਟ ਦੀ ਬਾਰਡਰਸ ਆਫ ਆਵਰ ਕੰਟਰੀ। ਕਹਿੰਦੇ ਅਸੀਂ ਸ਼ਾਂਤੀ ਦੇ ਨਾਲ ਆਪਣੇ ਘਰਾਂ ਦੇ ਵਿੱਚ ਸੋ ਸਕਦੇ ਹਾਂ, ਸਲੀਪ ਇਨ ਪੀਸ, ਕਿਉਂਕਿ ਇਹ ਜਿਹੜੇ ਸੈਂਟੀਨਲਸ ਨੇ, ਤਾਂ ਸੈਂਟੀਨਲਸ ਵੀ ਸ਼ਬਦ ਬੱਚੇ ਤੁਹਾਡੀ ਗਲੋਸਰੀ ਚ ਆਇਆ, ਦਾ ਮਤਲਬ ਹੈ ਅ ਸੋਲਜਰ ਹੁਜ਼ ਜੌਬ ਇਜ਼ ਟੂ ਗਾਰਡ ਸਮਥਿੰਗ ਸੈਂਟਰੀ। ਇੱਕ ਸਿਪਾਹੀ ਜੋ ਰੱਖਿਆ ਕਰਦਾ ਉਸ ਨੂੰ ਅਸੀਂ ਸੈਨੀਟਲ ਕਹਿੰਦੇ ਹਾਂ। ਤਾਂ ਇਹ ਜਿਹੜੇ ਸਾਡੇ ਸਿਪਾਹੀ ਹੈ ਇਹ ਸੁਚੇਤ ਰਹਿੰਦੇ ਨੇ ਸਾਡੇ ਦੇਸ਼ ਦੀ ਸੀਮਾ ਤੇ, ਇਸ ਕਰਕੇ ਅਸੀਂ ਸੋ ਪਾਉਂਦੇ ਹਾਂ ਆਪਣੇ ਘਰਾਂ ਦੇ ਵਿੱਚ। The excerpts below describe the heroics of some of the recipients of this great honor। ਇੱਥੇ ਵੀ ਦੋ ਵਰਡ ਸਾਡੇ ਗਲੋਸਰੀ ਚ ਆਏ ਹੈ, ਇੱਕ ਤਾਂ ਹੈ ਜੀ excerpts। ਨਾਓ excerpt ਦਾ ਮਤਲਬ ਹੁੰਦਾ ਹੈ ਜੀ a short piece of writing taken from a whole। excerpt ਦਾ ਮਤਲਬ ਹੁੰਦਾ ਜੀ ਛੋਟਾ ਹਿੱਸਾ, ਇੱਕ ਅਜਿਹਾ ਹਿੱਸਾ ਜਿਸ ਦੇ ਵਿੱਚੋਂ ਦੀ ਛੋਟਾ ਹਿੱਸਾ ਲਿਆ ਜਾਵੇ, ਅਸੀਂ ਉਸ ਨੂੰ excerpt ਕਿਹਾ ਜਾਂਦਾ ਹੈ। ਤਾਂ ਇਹ ਜਿਹੜਾ excerpts ਹੈ, excerpt ਇੱਥੇ ਇਸ ਚੈਪਟਰ ਨੂੰ ਕਿਹਾ ਗਿਆ ਹੈ ਕਿ ਇਹ ਵਰਣਨ ਕਰਦਾ ਹੈ ਇਸ ਮਹਾਨ ਸਨਮਾਨ ਨੂੰ ਪ੍ਰਾਪਤ ਕਰਨ ਵਾਲੇ ਰਿਸੀਪੀਐਂਟਸ ਸ਼ਬਦ ਵੀ ਗਲੋਸਰੀ ਚ ਆਇਆ। ਰਿਸੀਪੀਐਂਟ ਦਾ ਮਤਲਬ ਹੈ ਅ ਪਰਸਨ ਹੂ ਰਿਸੀਵ ਸਮਥਿੰਗ, ਉਹ ਪਰਸਨ ਜੋ ਕੁਝ ਚੀਜ਼ ਪ੍ਰਾਪਤ ਕਰਦਾ ਹੈ। ਤਾਂ ਕਿਉਂਕਿ ਸਾਡੇ ਸਿਪਾਹੀਆਂ ਨੇ ਮਾਨ ਸਨਮਾਨ ਪ੍ਰਾਪਤ ਕੀਤਾ ਹੈ, ਤਾਂ ਉਹਨਾਂ ਦੀ ਬਹਾਦਰੀ ਨੂੰ ਡਿਸਕ੍ਰਾਈਬ ਕਰਨ ਵਾਲਾ, ਵਰਣਨ ਕਰਨ ਵਾਲਾ ਇਹ ਇੱਕ ਐਕਸਰਪਟ ਹੈ। ਤਾਂ ਐਕਸਰਪਟ ਦਾ ਮਤਲਬ ਮੈਂ ਦੱਸ ਚੁੱਕਿਆ ਕਿ ਇਹ ਇੱਕ ਛੋਟਾ ਹਿੱਸਾ ਹੈ ਜੋ ਕਿ ਇੱਕ ਵੱਡੇ ਲੇਖ ਦੇ ਵਿੱਚੋਂ ਲਿਆ ਗਿਆ। They laid down their lives but changed the course of the war through their great display of courage by inflicting heavy losses upon the foes। ਤਾਂ ਬੱਚਿਓ ਇੱਥੇ ਇੱਕ ਫਰੇਜ਼ ਆਇਆ ਹੈ lay down their lives। ਤਾਂ ਇਹ ਇੱਕ ਫਰੇਜ਼ ਹੈ ਜੀ lay down the life। ਇਹਦਾ ਮਤਲਬ ਹੁੰਦਾ ਹੈ ਜਾਨ ਦੀ ਬਾਜ਼ੀ ਲਗਾਉਣਾ, ਜਿਵੇਂ ਸਾਡੇ ਸ਼ਹੀਦ ਜਾਨ ਦੀ ਬਾਜ਼ੀ ਲਗਾਉਂਦੇ ਨੇ ਯੁੱਧ ਦੇ ਮੈਦਾਨ ਵਿੱਚ, ਉਹਨਾਂ ਕਿਹਾ ਗਿਆ। ਤਾਂ ਇਹਨਾਂ ਸ਼ਹੀਦਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾਈ, ਪਰ ਉਹਨਾਂ ਨੇ ਬਦਲ ਕੇ ਰੱਖ ਦਿੱਤਾ ਲੜਾਈ ਦੇ ਨੁਹਾਰ ਨੂੰ। ਕਿਵੇਂ? ਆਪਣੀ ਮਹਾਨ ਹੌਸਲੇ ਨੂੰ ਦਿਖਾ ਕੇ। ਕਿਸ ਤਰ੍ਹਾਂ? ਕਿਉਂਕਿ ਉਹਨਾਂ ਨੇ ਦੁਸ਼ਮਣਾਂ ਦੇ ਉੱਪਰ, ਨਾ ਫੋ ਦਾ ਮਤਲਬ ਹੁੰਦਾ ਜੀ ਦੁਸ਼ਮਣ, ਅਤੇ ਇਨਫਲਿਕਟ ਦਾ ਮਤਲਬ ਹੁੰਦਾ ਹੈ ਨੁਕਸਾਨ ਪਹੁੰਚਾਉਣਾ, ਕਿਉਂਕਿ ਉਹਨਾਂ ਨੇ ਬਹੁਤ ਹੀ ਜ਼ਿਆਦਾ ਨੁਕਸਾਨ ਪਹੁੰਚਾਇਆ ਆਪਣੇ ਦੁਸ਼ਮਣਾਂ ਦੇ ਉੱਪਰ। ਇਹ ਦੋਨੇ ਵਰਡ ਤੁਹਾਡੀ ਗਲੋਸਰੀ 'ਚ ਵੀ ਨੇ, ਆਪਾਂ ਦੇਖ ਲੈਂਦੇ ਹਾਂ ਜੀ। ਤਾਂ ਇਨਫਲਿਕਟ ਦਾ ਮਤਲਬ ਹੈ ਟੂ ਮੇਕ ਸਮਬਡੀ ਸਫਰ ਸਮਥਿੰਗ ਅਨਪਲੈਜ਼ੈਂਟ। ਕਿਸੇ ਨੂੰ ਜਦੋਂ ਅਸੀਂ ਨੁਕਸਾਨ ਪਹੁੰਚਾਉਂਦੇ ਹਾਂ, ਖਾਸ ਤੌਰ ਤੇ ਫਿਜ਼ੀਕਲੀ, ਤਾਂ ਅਸੀਂ ਉਸ ਨੂੰ ਇਨਫਲਿਕਟ ਕਹਿੰਦੇ ਹਾਂ। ਤੇ ਫੋ ਦਾ ਮਤਲਬ ਐਨੀਮੀ ਨੂੰ ਕਿਹਾ ਗਿਆ ਜੀ। ਤਾਂ ਸਟੂਡੈਂਟਸ ਇਹ ਪੂਰਾ ਚੈਪਟਰ ਹੀ ਸ਼ਹੀਦਾਂ ਬਾਰੇ ਹੈ। ਜਿਵੇਂ ਕਿ ਅਸੀਂ ਇੰਟਰੋਡਕਟਰੀ ਪੈਰਾਗ੍ਰਾਫ ਦੇ ਵਿੱਚ ਪੜ੍ਹਿਆ ਕਿ ਵੰਦਨਾ ਸਹਿਗਲ ਦੁਆਰਾ ਇਹ ਕੰਪਾਈਲ ਕੀਤਾ ਹੋਇਆ ਚੈਪਟਰ ਹੈ, ਮਤਲਬ ਕਿ ਉਹਨਾਂ ਨੇ ਇਸ ਚੈਪਟਰ ਨੂੰ ਅਲੱਗ-ਅਲੱਗ ਥਾਵਾਂ ਤੋਂ ਲਿਆ। ਵਿਕੀਪੀਡੀਆ ਤੋਂ ਵੀ ਉਹਨਾਂ ਨੇ ਕੁਝ ਮੈਟਰ ਲਿਆ। ਵਿਕੀਪੀਡੀਆ ਇੱਕ ਬਹੁਤ ਹੀ ਵਧੀਆ ਵੈਬਸਾਈਟ ਹੈ, ਅਤੇ ਹੋਰ ਵੀ ਕਈ ਥਾਵਾਂ ਤੋਂ ਉਹਨਾਂ ਨੇ ਇਹ ਸ਼ਹੀਦਾਂ ਦੇ ਬਾਰੇ ਜਾਣਕਾਰੀ ਲੈ ਕੇ ਇਸ ਚੈਪਟਰ ਨੂੰ ਕੰਪਾਈਲ ਕੀਤਾ ਹੈ, ਤੇ ਇਸ ਚੈਪਟਰ ਦਾ ਨਾਮ ਉਹਨਾਂ ਨੇ ਲੈਟਸ ਨਾਟ ਫੋਰਗੇਟ ਦਾ ਮਾਰਟਰ ਰੱਖਿਆ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ 'ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਦੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ 'ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ 'ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ 'ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ 'ਤੇ ਹੈ। ਇਸ 'ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ 'ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ, ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ 'ਤੇ ਜ਼ਰੂਰ ਵਿਜ਼ਿਟ ਕਰੋ। ਤਾਂ ਸਟੂਡੈਂਟ, ਸਭ ਤੋਂ ਪਹਿਲਾਂ ਜਿਸ ਸ਼ਹੀਦ ਦਾ ਜ਼ਿਕਰ ਹੈ ਇਸ ਚੈਪਟਰ ਦੇ ਵਿੱਚ, ਉਹ ਹਨ ਮੇਜਰ ਸੋਮਨਾਥ ਸ਼ਰਮਾ। 1923 to 1947 ਇਹਨਾਂ ਦਾ ਲਾਈਫ ਪੀਰੀਅਡ ਰਿਹਾ ਹੈ। ਹੀ ਵਾਜ਼ ਦਾ ਫਸਟ ਰਿਸੀਪੀਐਂਟ ਆਫ ਦਾ ਪਰਮਵੀਰ ਚੱਕਰ, ਦੀ ਹਾਈਐਸਟ ਇੰਡੀਅਨ ਗੈਲੈਂਟਰੀ ਅਵਾਰਡ। ਮੇਜਰ ਸੋਮਨਾਥ ਸ਼ਰਮਾ ਪਰਮਵੀਰ ਚੱਕਰ ਨੂੰ ਪ੍ਰਾਪਤ ਕਰਨ ਵਾਲੇ ਪਹਿਲੇ ਸੈਨਿਕ ਸੀਗੇ, ਪਹਿਲੇ ਫੌਜੀ ਸੀ। ਅਤੇ ਪਰਮਵੀਰ ਚੱਕਰ ਸਾਡੇ ਭਾਰਤ ਦਾ ਸਭ ਤੋਂ ਵੱਡਾ ਬਹਾਦਰੀ ਦਾ ਪੁਰਸਕਾਰ ਹੈ। ਹੀ ਵਾਜ਼ ਅਵਾਰਡਡ ਦਾ ਮੈਡਲ ਪੋਸਟਿਊਮਸਲੀ ਫॉर ਹਿਸ ਬ੍ਰੇਵਰੀ ਇਨ ਦਾ ਕਸ਼ਮੀਰ ਆਪਰੇਸ਼ਨਸ ਇਨ ਨਵੰਬਰ 1947। ਉਹਨਾਂ ਨੂੰ ਇਹ ਮੈਡਲ ਦਿੱਤਾ ਗਿਆ ਪੋਸਟਿਊਮਸਲੀ। ਨਾ ਪੋਸਟਿਊਮਸਲੀ ਤੁਹਾਡੀ ਗਲੋਸਰੀ ਦੇ ਵਿੱਚ ਲਿਖਿਆ ਹੋਇਆ ਬੱਚਿਓ,
ਸਮਥਿੰਗ ਡਨ ਔਰ ਪਬਲਿਸ਼ਡ ਆਫਟਰ ਅ ਪਰਸਨ ਹੈਜ਼ ਡਾਈਡ। ਜਦੋਂ ਕੋਈ ਪਰਸਨ, ਕੋਈ ਇਨਸਾਨ ਮਰ ਜਾਂਦਾ ਹੈ ਤਾਂ ਉਸਦੇ ਮਰਨ ਤੋਂ ਬਾਅਦ ਜਦੋਂ ਉਸ ਨੂੰ ਅਵਾਰਡ ਦਿੱਤਾ ਜਾਂਦਾ ਜਾਂ ਉਸਦੇ ਬਾਰੇ ਕੋਈ ਚੀਜ਼ ਪਬਲਿਸ਼ ਹੁੰਦੀ ਹੈ ਤਾਂ ਅਸੀਂ ਉਸ ਨੂੰ ਪੋਸਟਿਊਮਸਲੀ ਕਹਿੰਦੇ ਹਾਂ। ਤਾਂ ਇਹਨਾਂ ਨੂੰ ਇਹਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਅਵਾਰਡ ਦਿੱਤਾ ਗਿਆ। ਤੇ ਇਹ ਕਿੱਥੇ ਸ਼ਹੀਦ ਹੋਏ? 1947 ਨਵੰਬਰ ਦੇ ਵਿੱਚ ਕਸ਼ਮੀਰ ਦੇ ਆਪਰੇਸ਼ਨ ਜਿਹੜੇ ਹੋਏ ਸੀ ਉਹਦੇ ਵਿੱਚ ਬਹਾਦਰੀ ਦਿਖਾਉਣ ਦੇ ਬਦਲੇ ਇਹਨਾਂ ਨੂੰ ਪਰਮਵੀਰ ਚੱਕਰ ਦਿੱਤਾ ਗਿਆ। ਹੀ ਡਾਈਡ ਵਾਈਲ ਇਵਿਕਟਿੰਗ ਪਾਕਿਸਤਾਨੀ ਇਨਫਿਲਟ੍ਰੇਟਰਸ ਐਂਡ ਰੇਡਰਸ ਫਰੋਮ ਸ਼੍ਰੀਨਗਰ 에ਅਰਪੋਰਟ ਡਿਊਰਿੰਗ ਦਾ ਇੰਡੋ-ਪਾਕ ਵਾਰ ਆਫ 1947-48 ਇਨ ਕਸ਼ਮੀਰ। ਤਾਂ ਕਸ਼ਮੀਰ ਦੇ ਵਿੱਚ 1947-48 ਦੇ ਵਿੱਚ ਭਾਰਤ ਪਾਕਿਸਤਾਨ ਦੀ ਲੜਾਈ ਹੋਈ ਸੀ ਜੀ, ਅਤੇ ਸ਼੍ਰੀਨਗਰ 에ਅਰਪੋਰਟ ਵਿਖੇ ਕੁਝ ਪਾਕਿਸਤਾਨੀ ਇਨਫਿਲਟ੍ਰੇਟਰ ਅਤੇ ਰੇਡਰਸ ਆ ਗਏ ਸੀ। ਤਾਂ ਆਪਾਂ ਪਹਿਲਾਂ ਦੇਖ ਲੈਂਦੇ ਹਾਂ ਕਿ ਇਨਫਿਲਟ੍ਰੇਟਰ ਦਾ ਮਤਲਬ ਕੀ ਹੈ। ਇਨਫਿਲਟ੍ਰੇਟਰ ਦਾ ਮਤਲਬ ਹੈ ਜੀ, ਗਲੋਸਰੀ 'ਚ ਲਿਖਿਆ, ਪਰਸਨ ਹੂ ਸੀਕ੍ਰੇਟਲੀ ਗੋਜ਼ ਟੂ ਸਮਬੋਡੀਜ਼ ਪਲੇਸ ਔਰ ਏਰੀਆ ਟੂ ਗੈਟ ਇੰਪੋਰਟੈਂਟ ਇਨਫੋਰਮੇਸ਼ਨ ਔਰ ਟੂ ਇਨਫਲੂਐਂਸ ਦਾ ਪੀਪਲ ਆਫ ਦੈਟ ਏਰੀਆ। ਸਿੰਪਲ ਮਤਲਬ ਹੈ ਜੀ ਇਹਦਾ ਘੁਸਪੈਠੀਆ। ਤਾਂ ਜਿਹੜੇ ਘੁਸਪੈਠੀਏ ਕੁਝ ਪਾਕਿਸਤਾਨੀ ਸ਼੍ਰੀਨਗਰ 에ਅਰਪੋਰਟ 'ਚ 47-48 'ਚ ਆ ਗਏ ਸੀ ਅਤੇ ਕੁਝ ਰੇਡਰਸ ਆ ਗਏ ਸੀ। ਰੇਡਰਸ ਦਾ ਮਤਲਬ ਵੀ ਦੇਖ ਲੈਂਦੇ ਹਾਂ ਜੀ। ਤਾਂ ਰੇਡਰ ਦਾ ਮਤਲਬ ਹੈ ਅ ਪਰਸਨ ਹੂ ਮੇਕਸ ਅ ਕ੍ਰਿਮੀਨਲ ਅਟੈਕ ਰੇਡ ਔਨ ਅ ਪਲੇਸ। ਜਦੋਂ ਕੋਈ ਗੈਰ ਕਾਨੂੰਨੀ ਹਮਲਾ ਕਰਦਾ ਹੈ ਤਾਂ ਅਸੀਂ ਉਸ ਨੂੰ ਰੇਡਰ ਕਹਿੰਦੇ ਹਾਂ। ਤਾਂ ਕੁਝ ਪਾਕਿਸਤਾਨੀ ਘੁਸਪੈਠੀ ਅਤੇ ਹਮਲਾਵਰ ਸ਼੍ਰੀਨਗਰ 에ਅਰਪੋਰਟ 'ਚ ਆ ਗਏ ਸੀ ਜੀ। ਉਹਨਾਂ ਨੂੰ ਬਾਹਰ ਕੱਢਦੇ ਹੋਏ, ਇਵਿਕਟ ਦਾ ਮਤਲਬ ਹੁੰਦਾ ਹੈ ਜੀ to force somebody to leave a house or land, especially when you have the legal right to do so। ਜਦੋਂ ਕੋਈ ਘੁਸਪੈਠੀਆ ਸਾਡੇ ਘਰ ਆ ਜੇ ਤਾਂ ਅਸੀਂ ਉਸ ਨੂੰ ਫੋਰਸ ਲਗਾ ਕੇ, ਜ਼ੋਰ ਲਗਾ ਕੇ ਬਾਹਰ ਤਾਂ ਕੱਢਾਂਗੇ। ਤਾਂ ਬਾਹਰ ਕੱਢਦੇ ਹੋਏ ਇਹ ਸ਼ਹੀਦੀ ਪ੍ਰਾਪਤ ਕਰ ਗਏ ਸੀ। ਕੌਣ? ਮੇਜਰ ਸੋਮਨਾਥ ਸ਼ਰਮਾ। ਹੀ ਬਿਲੋਂਗ ਟੂ ਦਾ 4th ਕਮਾਊਂ ਰੈਜੀਮੈਂਟ। ਤਾਂ ਸਾਡੀਆਂ ਕਈ ਫੌਜਾਂ ਦੀਆਂ ਟੁਕੜੀਆਂ ਨੇ ਜੀ। ਤਾਂ ਇੱਕ ਕਮਾਊਂ ਰੈਜੀਮੈਂਟ ਹੈ, 4th ਕਮਾਊਂ ਰੈਜੀਮੈਂਟ ਦੇ ਇਹ ਫੌਜੀ ਸੀ। ਮੇਜਰ ਸੋਮਨਾਥ ਸ਼ਰਮਾ ਵਾਸ ਬੋਰਨ ਔਨ 31 ਜਨਵਰੀ 1923 ਐਟ ਧਦ, ਕਾਂਗੜਾ, ਹਿਮਾਚਲ ਪ੍ਰਦੇਸ਼, ਇੰਡੀਆ। ਤਾਂ ਭਾਰਤ ਦੇ ਰਾਜ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹੇ ਕਾਂਗੜਾ ਦੇ ਵਿੱਚ ਧਦ ਵਿਖੇ 31 ਜਨਵਰੀ 1923 ਈਸਵੀ ਨੂੰ ਮੇਜਰ ਸੋਮਨਾਥ ਸ਼ਰਮਾ ਦਾ ਜਨਮ ਹੋਇਆ। ਹੀ ਕੇਮ ਫਰੋਮ ਅ ਵੈਲ ਨੋਨ ਮਿਲੀਟਰੀ ਫੈਮਿਲੀ। ਉਹਨਾਂ ਦਾ ਪਰਿਵਾਰ ਆਲਰੇਡੀ ਇੱਕ ਪ੍ਰਸਿੱਧ ਮਿਲਟਰੀ ਨਾਲ ਸੰਬੰਧ ਰੱਖਣ ਵਾਲਾ ਪਰਿਵਾਰ ਸੀ। ਹਿਸ ਫਾਦਰ ਮੇਜਰ ਜਨਰਲ ਅਮਰਨਾਥ ਸ਼ਰਮਾ ਵਾਸ ਆਲਸੋ ਅ ਮਿਲਟਰੀ ਅਫਸਰ। ਉਹਨਾਂ ਦੇ ਪਿਤਾ ਮੇਜਰ ਜਨਰਲ ਅਮਰਨਾਥ ਸ਼ਰਮਾ ਵੀ ਮਿਲਟਰੀ ਦੇ ਅਫਸਰ ਰਹੇ ਸੀ। ਤਾਂ ਬੱਚਿਓ ਇੱਥੇ ਇੱਕ ਫਰੇਜ਼ਲ ਵਰਬ ਹੈ ਕਮ ਫਰੋਮ। ਕਮ ਫਰੋਮ ਦਾ ਧਿਆਨ ਰੱਖਿਓ, ਜਦੋਂ ਅਸੀਂ ਪਰਿਵਾਰ ਦੇ ਲਈ ਯੂਜ਼ ਕਰਨੀ ਹੁੰਦੀ ਹੈ ਕਿ ਕੋਈ ਕਿਸੇ ਪਰਿਵਾਰ ਤੋਂ ਆਉਂਦਾ ਹੈ ਤਾਂ ਅਸੀਂ ਉੱਥੇ ਕਮ ਫਰੋਮ ਫਰੇਜ਼ਲ ਵਰਬ ਯੂਜ਼ ਕਰਦੇ ਹਾਂ। ਜਿਵੇਂ ਸਪੋਜ਼ ਕਰੋ ਆਪਾਂ ਕਹਿੰਦੇ ਹਾਂ ਕਿ ਕੋਈ ਬਿਜ਼ਨਸ ਵਾਲੇ ਪਰਿਵਾਰ ਚੋਂ ਆਇਆ ਤਾਂ ਆਪਾਂ ਕਹਾਂਗੇ ਹੀ ਕਮਸ ਫਰੋਮ ਅ ਬਿਜ਼ਨਸ ਫੈਮਿਲੀ। ਤਾਂ ਇੱਥੇ ਕੀ ਲਿਖਿਆ ਕਿ ਮੇਜਰ ਸੋਮਨਾਥ ਸ਼ਰਮਾ ਕੇਮ ਫਰੋਮ ਅ military family. His company was airlifted to Srinagar on 31st October 1947। ਤਾਂ ਇਹਨਾਂ ਦੀ ਕੰਪਨੀ, ਇੱਥੇ ਕੰਪਨੀ ਦਾ ਮਤਲਬ ਫੌਜ ਦੀ ਟੁਕੜੀ ਨੂੰ ਕਿਹਾ ਗਿਆ। ਤਾਂ ਇਹਨਾਂ ਦੀ ਜਿਹੜੀ ਫੌਜ ਦੀ ਟੁਕੜੀ ਸੀ 4th ਕਮਾਊਂ ਰੈਜੀਮੈਂਟ ਵਾਲੀ ਟੁਕੜੀ, ਉਹਨਾਂ ਨੂੰ ਹਵਾਈ ਜਹਾਜ਼ ਦੇ ਜ਼ਰੀਏ 31 ਅਕਤੂਬਰ 1947 ਨੂੰ ਸ਼੍ਰੀਨਗਰ ਵਿਖੇ ਲੈ ਕੇ ਜਾਇਆ ਗਿਆ। ਹਿਸ ਰਾਈਟ ਹੈਂਡ ਵਾਜ਼ ਇਨ ਅ ਪਲਾਸਟਰ ਕਾਸਟ ਐਜ਼ ਅ ਰਿਜ਼ਲਟ ਆਫ ਇੰਜਰੀ ਸਸਟੇਨਡ ਇਨ ਦਾ ਹਾਕੀ ਫੀਲਡ ਪ੍ਰੀਵੀਅਸਲੀ। ਹੁਣ ਦੇਖੋ ਕਿ ਉਸ ਸਮੇਂ ਇਹ ਪੂਰੀ ਤਰ੍ਹਾਂ ਸਵਸਥ ਨਹੀਂ ਸੀ। ਇਹਨਾਂ ਦਾ ਜਿਹੜਾ ਸੱਜਾ ਹੱਥ ਸੀ ਉਸ ਦੇ ਉੱਪਰ ਪਲਾਸਟਰ ਚੜਿਆ ਹੋਇਆ ਸੀ ਕਿਉਂਕਿ ਹਾਕੀ ਖੇਡਦੇ ਹੋਏ ਇਹਨਾਂ ਦੇ ਕੁਝ ਇੰਜਰੀਜ਼ ਆ ਗਈਆਂ ਸੀ, ਕੋਈ ਸੱਟ ਲੱਗ ਗਈ ਸੀ। ਤਾਂ ਹੋ ਸਕਦਾ ਹੈ ਕੋਈ ਫ੍ਰੈਕਚਰ ਹੋਇਆ ਹੋਵੇ ਹੱਥ, ਤਾਂ ਇਸ ਕਰਕੇ ਸੱਜੇ ਹੱਥ ਦੇ ਉੱਪਰ ਪਲਾਸਟਰ ਚੜਿਆ ਹੋਇਆ ਸੀ। ਬਟ ਹੀ ਇਨਸਿਸਟਡ ਔਨ ਬੀਇੰਗ ਵਿਦ ਹਿਸ ਕੰਪਨੀ ਇਨ ਕੰਬੈਟ ਐਂਡ ਵਾਸ ਗਿਵਨ ਪਰਮਿਸ਼ਨ ਟੂ ਗੋ। ਪਰ ਇਹਨਾਂ ਨੇ ਜ਼ਿੱਦ ਕੀਤੀ। ਨਾ ਇਨਸਿਸਟ ਦੇ ਨਾਲ ਬੱਚਿਓ ਹਮੇਸ਼ਾ ਔਨ ਪ੍ਰੈਪੋਜੀਸ਼ਨ ਆਉਂਦੀ ਹੈ। ਇਨਸਿਸਟ ਔਨ ਦਾ ਮਤਲਬ ਹੁੰਦਾ ਹੈ ਜ਼ਿੱਦ ਕਰਨੀ। ਇਹਨਾਂ ਨੇ ਜ਼ਿੱਦ ਕੀਤੀ ਮੈਨੂੰ ਆਪਣੀ ਫੌਜ ਦੀ ਟੁਕੜੀ ਦੇ ਨਾਲ ਲੈ ਕੇ ਜਾਇਆ ਜਾਵੇ। ਕਿਹਦੇ ਵਿੱਚ? ਇਨ ਕੰਬੈਟ। ਕੰਬੈਟ ਗਲੋਸਰੀ ਦੇ ਵਿੱਚ ਲਿਖਿਆ ਹੋਇਆ ਹੈ ਅ ਫਾਈਟ ਸਪੈਸ਼ਲੀ ਡਿਊਰਿੰਗ ਅ ਟਾਈਮ ਆਫ ਵਾਰ। ਤਾਂ ਵਾਰ ਦਾ ਮਤਲਬ ਬੱਚਿਓ ਯੁੱਧ ਹੁੰਦਾ ਹੈ, ਤੇ ਯੁੱਧ ਬਹੁਤ ਹੀ ਵੱਡੇ ਲਾਰਜ ਸਕੇਲ ਤੇ ਲੜਿਆ ਜਾਂਦਾ ਹੈ। ਲੇਕਿਨ ਉਸ ਯੁੱਧ ਦੇ ਵਿੱਚ ਕਈ ਵਾਰੀ ਛੋਟੀਆਂ-ਛੋਟੀਆਂ ਲੜਾਈਆਂ ਹੁੰਦੀਆਂ ਨੇ, ਤਾਂ ਉਹਨਾਂ ਲੜਾਈਆਂ ਨੂੰ ਆਪਾਂ ਕੰਬੈਟ ਕਹਿੰਦੇ ਹਾਂ। ਇਹਨਾਂ ਨੇ ਜ਼ਿੱਦ ਕੀਤੀ ਕਿ ਮੈਨੂੰ ਉਸ ਲੜਾਈ ਦੇ ਵਿੱਚ ਲੈ ਕੇ ਜਾਇਆ ਜਾਵੇ ਅਤੇ ਉਹਨਾਂ ਨੂੰ ਪਰਮਿਸ਼ਨ ਵੀ ਮਿਲ ਗਈ ਜਾਣ ਦੀ। On 3rd November 1947, Major Somnath Sharma's company was ordered on a fighting patrol to ਬੈਡਗਮ ਵਿਲੇਜ ਇਨ ਦਾ ਕਸ਼ਮੀਰ ਵੈਲੀ। 3 ਨਵੰਬਰ 1947 ਨੂੰ ਸੋਮਨਾਥ ਸ਼ਰਮਾ ਦੀ ਜਿਹੜੀ ਫੌਜ ਦੀ ਟੁਕੜੀ ਸੀ ਉਸ ਨੂੰ ਹੁਕਮ ਹੋਇਆ ਕਿ ਉਹਨਾਂ ਨੇ ਕਸ਼ਮੀਰ ਵੈਲੀ ਦੇ ਵਿੱਚ ਸਥਿਤ ਇੱਕ ਬਡਗਾਮ ਪਿੰਡ ਹੈ ਤਾਂ ਉੱਥੇ ਉਹਨਾਂ ਨੇ ਜਾ ਕੇ ਪੈਟਰੋਲਿੰਗ ਕਰਨੀ ਸੀ। A tribal ਲਸ਼ਕਰ of 700 raiders approached Badgam from the direction of ਗੁਲਮਾਰਗ। ਤਾਂ ਕਸ਼ਮੀਰ ਦੇ ਵਿੱਚ ਗੁਲਮਾਰਗ ਵੀ ਹੈ, ਤਾਂ ਗੁਲਮਾਰਗ ਦੇ ਰਸਤਿਓਂ ਬਡਗਾਮ ਨੂੰ ਪਹੁੰਚਦੇ ਹੋਏ 700 ਹਮਲਾਵਰ ਆਏ ਤਾਂ ਉਸ ਨੂੰ ਲਸ਼ਕਰ ਕਿਹਾ ਗਿਆ ਜੀ। ਟ੍ਰਾਈਬਲ ਦਾ ਮਤਲਬ ਕਬੀਲੇ ਦੇ, ਉਹ ਲੋਕੀ ਕਬੀਲੇ ਦੇ ਲੱਗਦੇ ਸੀ। 700 ਹਮਲਾਵਰ ਸੀ ਅਤੇ ਉਹ ਗੁਲਮਾਰਗ ਦੀ ਡਾਇਰੈਕਸ਼ਨ ਤੋਂ ਆਏ ਸੀ।
ਦ ਕੰਪਨੀ ਵਾਸ ਸੂਨ ਸਰਾਊਂਡਡ ਬਾਈ ਦੀ ਐਨੀਮੀ ਫਰੋਮ 3 ਸਾਈਡਸ। ਹੁਣ ਇਹਨਾਂ ਦੀ ਜਿਹੜੀ ਫੌਜ ਦੀ ਟੁਕੜੀ ਸੀ ਉਹ ਘਿਰ ਗਈ। ਸਰਾਊਂਡ ਦਾ ਮਤਲਬ ਘਿਰ ਜਾਣਾ, ਤਿੰਨ ਪਾਸਿਓਂ ਘਿਰ ਗਈ ਜੀ। ਉਹ ਤਿੰਨ ਪਾਸਿਓਂ ਅਟੈਕ ਹੋਇਆ ਇਹਨਾਂ ਦੀ ਫੌਜ ਦੇ ਉੱਪਰ। ਉਹਨਾਂ 700 ਹਮਲਾਵਰਾਂ ਨੇ ਅਟੈਕ ਕਰਿਆ ਐਂਡ ਸਸਟੇਨਡ ਹੈਵੀ ਕੈਜੁਅਲਟੀਜ਼ ਫਰੋਮ ਦਾ ਇਨਸੂਇੰਗ ਮੋਰਟਰ ਬੰਬਾਰਡਮੈਂਟ। ਅਤੇ ਬਹੁਤ ਹੀ ਜ਼ਿਆਦਾ, ਹੈਵੀ ਦਾ ਮਤਲਬ ਬਹੁਤ ਹੀ ਜ਼ਿਆਦਾ ਕੈਜੁਅਲਟੀਜ਼ ਹੋਈਆਂ। ਨਾਓ ਕੈਜੁਅਲਟੀਜ਼ ਦਾ ਮਤਲਬ ਗਲੋਸਰੀ ਦੇ ਵਿੱਚ ਲਿਖਿਆ ਹੋਇਆ ਹੈ ਪਰਸਨਸ ਹੂ ਆਰ ਕਿਲਡ ਔਰ ਇੰਜਰਡ ਇਨ ਅ ਵਾਰ ਐਕਸੀਡੈਂਟ ਵਿਕਟਮਸ। ਤਾਂ ਫੌਜ ਦੇ ਵਿੱਚ ਜਦੋਂ ਕੋਈ ਫੌਜੀ ਮਰ ਜਾਂਦਾ ਹੈ ਜਾਂ ਇਵਨ ਕਿ ਐਕਸੀਡੈਂਟ ਦੇ ਵਿੱਚ ਵੀ ਜਦੋਂ ਇਨਸਾਨਾਂ ਦੀ ਡੈਥ ਹੁੰਦੀ ਹੈ ਤਾਂ ਅਸੀਂ ਉਸ ਨੂੰ ਕੈਜੁਅਲਟੀਜ਼ ਕਹਿੰਦੇ ਹਾਂ। ਹੈਵੀ ਕੈਜੁਅਲਟੀਜ਼ ਹੋਈਆਂ ਮਤਲਬ ਕਾਫੀ ਜ਼ਿਆਦਾ ਮੌਤਾਂ ਹੋਈਆਂ। ਕਿਉਂਕਿ ਮੋਰਟਰ ਬੰਬਾਰਡਮੈਂਟ ਹੋ ਰਹੀ ਸੀ। ਤਾਂ ਮੋਰਟਰ ਇੱਕ ਤਰ੍ਹਾਂ ਦੀ ਬੱਚਿਓ ਵੱਡੀ ਬੰਦੂਕ ਹੁੰਦੀ ਹੈ, ਹੈਵੀ ਗਨ ਹੁੰਦੀ ਹੈ ਜਿਹਦੇ ਵਿੱਚੋਂ ਦੀ ਬੋਮਿੰਗ ਕੀਤੀ ਜਾਂਦੀ ਹੈ ਤੇ ਇਹ ਹਵਾ ਦੇ ਵਿੱਚ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਕਿ ਤੁਸੀਂ ਪਿਕ ਦੇ ਵਿੱਚ ਦੇਖ ਰਹੇ ਹੋ। ਤੇ ਫਿਰ ਇਹ ਜਾ ਕੇ ਜਿੱਥੇ ਗਿਰਦੀ ਹੈ ਤਾਂ ਕਾਫੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। ਮੋਰਟਰ ਸ਼ਬਦ ਵੀ ਬੱਚਿਓ ਆਇਆ ਹੈ ਤੁਹਾਡੀ ਗਲੋਸਰੀ 'ਚ। ਅ ਹੈਵੀ ਗਨ ਦੈਟ ਫਾਇਰ ਬੋਮਸ ਐਂਡ ਸ਼ੈਲਸ ਹਾਈ ਇਨਟੂ ਦਾ 에ਅਰ, ਦਾ ਬੋਮਸ ਦੈਟ ਆਰ ਫਾਇਰਡ ਬਾਈ ਦਿਸ ਗਨ। ਹੈਵੀ ਗਨ ਹੁੰਦੀ ਹੈ ਜੀ ਜਿਹਦੇ ਵਿੱਚੋਂ ਬੰਬ ਸਿੱਟੇ ਜਾਂਦੇ ਆ ਹਵਾ ਵੱਲ ਤੇ ਫਿਰ ਜਾ ਕੇ ਫਟਦੇ ਆ। ਬੰਬਾਰਡਮੈਂਟ ਦਾ ਮਤਲਬ ਹੈ ਜੀ ਅਟੈਕ ਔਨ ਅ ਪਲੇਸ ਬਾਈ ਫਾਇਰਿੰਗ ਲਾਰਜ ਗਨਸ ਐਟ ਇਟ ਔਰ ਡ੍ਰੌਪਿੰਗ ਬੰਬਸ ਔਨ ਇਟ ਕੰਟੀਨਿਊਸਲੀ। ਜਦੋਂ ਇੱਕੋ ਥਾਂ ਤੇ ਬਹੁਤ ਸਾਰੇ ਬੰਬ ਗਿਰਾਏ ਜਾਂਦੇ ਨੇ ਤਾਂ ਉਸ ਨੂੰ ਬੰਬਾਰਡਮੈਂਟ ਕਿਹਾ ਜਾਂਦਾ ਹੈ। ਇਨਸੂਇੰਗ, ਤਾਂ ਇਨਸੂਇੰਗ ਦਾ ਮਤਲਬ ਹੁੰਦਾ ਹੈ ਹੈਪਨਿੰਗ ਆਫਟਰ ਔਰ ਐਜ਼ ਅ ਰਿਜ਼ਲਟ ਆਫ ਅਨਦਰ ਇਵੈਂਟ ਫੋਲੋ। ਤਾਂ ਕਿਉਂਕਿ ਮੋਰਟਰ ਬੰਬਾਰਡਮੈਂਟ ਹੋ ਰਹੀ ਸੀ, ਨਾਲ ਦੀ ਨਾਲ ਹੋ ਰਹੀ ਸੀ ਇਨਸੂਇੰਗ, ਇਸ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਸ ਫੌਜ ਦੀ ਟੁਕੜੀ ਨੂੰ। ਅੰਡਰ ਹੈਵੀ ਫਾਇਰ ਐਂਡ ਆਊਟਨੰਬਰਡ 7-1, Somnath urged his company to fight bravely, often exposing himself to danger as he ran from post to post. ਹੁਣ ਬਹੁਤ ਹੀ ਜ਼ਿਆਦਾ ਫਾਇਰਿੰਗ ਹੋ ਰਹੀ ਸੀ ਅਤੇ ਇਹਨਾਂ ਦੀ ਫੌਜ ਜਿਹੜੇ ਰੇਡਰਸ ਆਏ ਸੀ, ਹਮਲਾਵਰ ਆਏ ਸੀ, ਉਹਦੇ ਨਾਲੋਂ ਕਾਫੀ ਘੱਟ ਸੀ। ਇਵਨ ਕਿ ਜੇ ਆਪਾਂ ਰੇਸ਼ੋ ਲਾਈਏ ਤਾਂ 7-1 ਸੀ। 7-1 ਦਾ ਮਤਲਬ ਇਹ ਹੈ ਕਿ 7 ਹਮਲਾਵਰਾਂ ਦੇ ਪਿੱਛੇ ਇਹਨਾਂ ਦਾ ਇੱਕ ਬੰਦਾ ਸੀ। ਇੱਥੇ ਆਊਟ ਨੰਬਰ ਦਾ ਮਤਲਬ ਲਿਖਿਆ ਹੋਇਆ ਟੂ ਬੀ ਗ੍ਰੇਟਰ ਇਨ ਨੰਬਰ ਦੈਨ ਸਮਬਡੀ। ਇਹਦਾ ਮਤਲਬ ਇਹ ਵੀ ਹੋ ਗਿਆ ਕਿ ਇਹਨਾਂ ਨਾਲੋਂ 7 ਗੁਣਾ ਜ਼ਿਆਦਾ ਹਮਲਾਵਰ ਸੀ। ਪਰ ਫਿਰ ਵੀ ਨਹੀਂ ਡਰੇ। ਸੋਮਨਾਥ ਨੇ ਆਪਣੀ ਫੌਜ ਦੀ ਟੁਕੜੀ ਨੂੰ ਬਹਾਦਰੀ ਨਾਲ ਲੜਨ ਦੇ ਲਈ ਹਮੇਸ਼ਾ ਪ੍ਰੇਰਨਾ ਦਿੱਤੀ ਅਤੇ ਅਕਸਰ ਇਹ ਕੀ ਕਰ ਰਹੇ ਸੀ, ਆਪਣੇ ਆਪ ਨੂੰ ਖਤਰੇ ਵਿੱਚ ਪਾ ਰਹੇ ਸੀ। ਐਕਸਪੋਜ਼ਿੰਗ ਹਿਮਸੈਲਫ ਟੂ ਡੇਂਜਰ ਦਾ ਮਤਲਬ ਹੈ ਖਤਰੇ ਵਿੱਚ ਪਾਣਾ। ਕਿਉਂਕਿ ਉਹ ਭੱਜ ਰਹੇ ਸੀ ਫਰੋਮ ਪੋਸਟ ਟੂ ਪੋਸਟ। ਕਿਉਂਕਿ ਤੁਹਾਨੂੰ ਪਤਾ ਨਾ ਬੱਚਿਓ, ਜਦੋਂ ਫੌਜ ਲੜਦੀ ਹੈ ਤਾਂ ਉਹ ਕਈ ਪੋਸਟਾਂ ਤੇ ਲੜਦੀ ਹੈ। 2-4 ਜਣੇ ਇੱਕ ਜਗ੍ਹਾ ਤੋਂ ਲੜਦੇ ਆ, 2-4 ਜਣੇ ਇੱਕ ਜਗ੍ਹਾ ਤੋਂ ਲੜਦੇ ਆ। ਹੁਣ ਇਹ ਉਸ ਫੌਜ ਦੀ ਕਮਾਨ ਸੰਭਾਲ ਰਹੇ ਸੀਗੇ, ਮੇਜਰ ਸੀਗੇ ਉਸ ਫੌਜ ਦੀ ਟੁਕੜੀ ਦੇ। ਤਾਂ ਇੱਕ ਪੋਸਟ ਤੋਂ ਦੂਸਰੀ ਪੋਸਟ ਜਾ ਰਹੇ ਸੀ, ਹੱਲਾਸ਼ੇਰੀ ਦੇ ਰਹੇ ਸੀ ਆਪਣੇ ਸਾਰੇ ਬੰਦਿਆਂ ਨੂੰ। ਹੁਣ ਤੁਸੀਂ ਦੇਖੋ ਇੱਕ ਪੋਸਟ ਤੋਂ ਦੂਜੀ ਪੋਸਟ ਬਾਰ-ਬਾਰ ਜਾਣਾ, ਉਹ ਵੀ ਇੰਨੀ ਜ਼ਿਆਦਾ ਫਾਇਰਿੰਗ ਦੇ ਵਿੱਚ ਕਿੰਨਾ ਜ਼ਿਆਦਾ ਹੌਸਲੇ ਵਾਲਾ ਕੰਮ ਹੈ। ਅਤੇ ਨਾਲ ਦੇਖੋ ਇਹਨਾਂ ਦਾ ਹੱਥ ਵੀ ਫ੍ਰੈਕਚਰ ਹੈ, ਤਾਂ ਵੀ ਇਹ ਨਾ ਡਰੇ ਅਤੇ ਆਪਣੀ ਫੌਜ ਨੂੰ ਹੱਲਾਸ਼ੇਰੀ ਦਿੰਦੇ ਰਹੇ। When heavy casualties adversely affected the firing power of his company, Major Sharma, with his right hand in plaster, took upon himself the task of filling the magazines and issuing them to men operating light machine guns. ਹੁਣ ਦੇਖੋ ਹੈਵੀ ਕੈਜੁਅਲਟੀਜ਼ ਦਾ ਗੱਲ ਤਾਂ ਆਪਾਂ ਪਹਿਲਾਂ ਹੀ ਕਰ ਰਹੇ ਹਾਂ ਕਿ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਸੀ ਮੇਜਰ ਸੋਮਨਾਥ ਸ਼ਰਮਾ ਦੀ ਫੌਜ ਦੀ ਟੁਕੜੀ ਨੂੰ, ਅਤੇ ਉਸ ਦੇ ਨਾਲ ਉਹਨਾਂ ਦੀ ਕੰਪਨੀ ਦੀ ਜਿਹੜੀ ਫਾਇਰਿੰਗ ਪਾਵਰ ਸੀ ਉਸ 'ਤੇ ਅਸਰ ਪੈ ਰਿਹਾ ਸੀ। ਜੋ ਉਹ ਬਦਲੇ ਦੇ ਵਿੱਚ ਇਹਨਾਂ ਦੀ ਫੌਜ ਦੀ ਟੁਕੜੀ ਦੇ ਸਿਪਾਹੀ ਫਾਇਰਿੰਗ ਕਰ ਰਹੇ ਸੀ, ਕਿਉਂਕਿ ਉੱਧਰੋਂ ਬਹੁਤ ਜ਼ਿਆਦਾ ਹੈਵੀ ਫਾਇਰਿੰਗ ਹੋ ਰਹੀ ਸੀ ਤਾਂ ਇਹਨਾਂ ਤੋਂ ਇੰਨੀ ਜ਼ਿਆਦਾ ਫਾਇਰਿੰਗ ਨਹੀਂ ਸੀ ਹੋ ਪਾ ਰਹੀ। ਤਾਂ ਮੇਜਰ ਸ਼ਰਮਾ ਨੇ, ਜਿਨ੍ਹਾਂ ਦੇ ਕਿ ਸੱਜੇ ਹੱਥ ਦੇ ਉੱਪਰ ਪਲਾਸਟਰ ਚੜਿਆ ਹੋਇਆ ਸੀ, ਉਹਨਾਂ ਨੇ ਆਪਣੇ ਤੇ ਜ਼ਿੰਮੇਵਾਰੀ ਲਈ। ਨਾ ਇੱਥੇ ਇੱਕ ਫਰੇਜ਼ ਆਇਆ ਬੱਚਿਓ, ਟੁਕ ਅਪੋਨ ਹਿਮਸੈਲਫ ਦਾ ਟਾਸਕ ਆਫ। ਤਾਂ ਇਕੱਠਾ ਹੀ ਆਉਂਦਾ ਬੱਚਿਓ। ਟੇਕ ਅਪੋਨ ਦਾ ਟਾਸਕ ਆਫ ਦਾ ਬੱਚਿਓ ਮਤਲਬ ਹੁੰਦਾ ਕੋਈ ਜ਼ਿੰਮੇਵਾਰੀ ਚੱਕਣਾ। ਤਾਂ ਇਹਨਾਂ ਨੇ ਇੱਕ ਜ਼ਿੰਮੇਵਾਰੀ ਚੱਕੀ ਕਿ ਮੈਗਜ਼ੀਨਸ ਨੂੰ ਫਿਲ ਕਰਨ ਦੀ ਜ਼ਿੰਮੇਵਾਰੀ ਚੱਕੀ। ਨਾ ਮੈਗਜ਼ੀਨਸ ਬੱਚਿਓ ਕੀ ਹੁੰਦੀ ਹੈ, ਬੰਦੂਕ ਦੇ ਵਿੱਚੋਂ ਦੀ ਜਿਹੜੀ ਗੋਲੀ ਚੱਲਦੀ ਹੈ ਉਹਨਾਂ ਨੂੰ ਫਿਲ ਕਰਨ ਦੇ ਲਈ ਇੱਕ ਹੋਲਡਰ ਜਿਹਾ ਬਣਿਆ ਹੁੰਦਾ ਜਿਸ ਨੂੰ ਅਸੀਂ ਮੈਗਜ਼ੀਨ ਕਹਿੰਦੇ ਹਾਂ, ਜਿਵੇਂ ਕਿ ਤੁਸੀਂ ਪਿਕ ਦੇ ਵਿੱਚ ਦੇਖ ਪਾ ਰਹੇ ਹੋ। ਤਾਂ ਜਦੋਂ ਬੰਦੂਕ ਦੀਆਂ ਗੋਲੀਆਂ ਖਤਮ ਹੋ ਜਾਂਦੀਆਂ ਸਾਨੂੰ ਮੈਗਜ਼ੀਨ ਨੂੰ ਦੁਬਾਰਾ ਲੋਡ ਕਰਨਾ ਪੈਂਦਾ ਹੈ। ਤਾਂ ਇਹਨਾਂ ਨੇ ਇਹ ਜ਼ਿੰਮੇਵਾਰੀ ਚੱਕੀ ਕਿ ਆਪਣੇ ਸਾਰੇ ਬੰਦਿਆਂ ਕੋਲ ਜਾ ਕੇ ਉਹਨਾਂ ਨੂੰ ਮੈਗਜ਼ੀਨਸ ਦਿੱਤੀਆਂ ਤਾਂ ਕਿ ਉਹਨਾਂ ਦੀ ਫਾਇਰਿੰਗ ਲਗਾਤਾਰ ਚੱਲਦੀ ਰਹੇ। ਉਹ ਹਰ ਇੱਕ ਆਪਣੇ ਫੌਜੀ ਕੋਲ ਗਏ ਜਿਹੜੇ ਕਿ ਲਾਈਟ ਮਸ਼ੀਨ ਗਨਸ ਆਪਰੇਟ ਕਰ ਰਹੇ ਸੀ। ਹੁਣ ਤੁਸੀਂ ਦੇਖੋ ਇਹਨਾਂ ਕੋਲੇ ਜਿਹੜੀਆਂ ਮਸ਼ੀਨ ਗਨ ਸੀਗੀਆਂ ਉਹ ਲਾਈਟ ਸੀਗੀਆਂ, ਉਹਨਾਂ ਕੋਲੇ ਉੱਧਰ ਦੇਖੋ ਮੋਟਰ ਸੀਗੇ। ਤਾਂ ਦੇਖੋ ਕੋਈ ਬਰਾਬਰੀ ਦੀ ਲੜਾਈ ਨਹੀਂ ਸੀ, ਉੱਧਰ ਹੈਵੀ ਗਨ ਸੀ, ਇੱਧਰ ਲਾਈਟ ਗਨ ਸੀਗੀਆਂ। ਲੇਕਿਨ ਮੇਜਰ ਸੋਮਨਾਥ ਸ਼ਰਮਾ ਬਿਲਕੁਲ ਨਹੀਂ ਘਬਰਾਏ, ਉਹਨਾਂ ਦੇ ਫੌਜੀ ਬਿਲਕੁਲ ਨਹੀਂ ਘਬਰਾਏ, ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ। ਇੱਥੇ ਮੈਗਜ਼ੀਨ ਗਲੋਸਰੀ 'ਚ ਵੀ ਲਿਖਿਆ ਹੋਇਆ ਹੈ, ਦਾ ਪਾਰਟ ਆਫ ਅ ਗਨ ਦੈਟ ਹੋਲਡਸ ਦਾ ਬੁਲੇਟਸ ਬਿਫੋਰ ਦੇ ਆਰ ਫਾਇਰਡ। ਇਸ ਮੈਗਜ਼ੀਨ ਦੇ ਵਿੱਚ ਬੁਲੇਟਸ ਪਏ ਹੁੰਦੇ ਨੇ ਜਿਸ ਦੇ ਨਾਲ ਬੰਦੂਕ ਦੇ ਵਿੱਚੋਂ ਦੀ ਗੋਲੀ ਨਿਕਲਦੀ ਹੈ। While he was busy fighting the enemy, a mortar shell exploded on the ammunition near him.
ਜਦੋਂ ਉਹ ਦੁਸ਼ਮਣਾਂ ਦੇ ਨਾਲ ਲੜਾਈ ਦੇ ਵਿੱਚ ਬਿਜ਼ੀ ਸੀ ਤਾਂ ਇੱਕ ਮੋਟਰ ਸ਼ੈਲ, ਮੋਟਰ ਦਾ ਜਿਹੜਾ ਬੰਬ ਗਿਰਿਆ ਉਹ ਐਕਸਪਲੋਡ ਹੋ ਗਿਆ, ਫਟ ਗਿਆ। ਕਿੱਥੇ? ਐਮੂਨੀਸ਼ਨ ਨੀਅਰ ਹਿਮ, ਉਹਨਾਂ ਦੇ ਨੇੜੇ ਪਈ ਐਮੂਨੀਸ਼ਨ ਦੇ ਉੱਪਰ। ਐਮੂਨੀਸ਼ਨ ਦਾ ਮਤਲਬ ਤੁਹਾਡੀ ਗਲੋਸਰੀ ਦੇ ਵਿੱਚ ਲਿਖਿਆ ਹੋਇਆ ਅ ਸਟੋਰ ਔਰ ਅ ਸਪਲਾਈ ਆਫ ਬੁਲੇਟਸ ਟੂ ਬੀ ਫਾਇਰਡ ਫਰੋਮ ਗਨਸ। ਆਪਣੇ ਗਨਸ ਦੇ ਵਿੱਚੋਂ ਜਿਹੜੇ ਬੁਲੇਟ ਚਲਾਣੇ ਹੁੰਦੇ ਆ, ਗੋਲੀਆਂ ਚਲਾਣੀਆਂ ਹੁੰਦੀਆਂ, ਤਾਂ ਉਹਨਾਂ ਨੂੰ ਇਕੱਠਾ ਕਰਕੇ ਇੱਕ ਜਗ੍ਹਾ ਰੱਖਿਆ ਜਾਂਦਾ, ਤਾਂ ਉਸ ਨੂੰ ਅਸੀਂ ਐਮੂਨੀਸ਼ਨ ਕਹਿੰਦੇ ਹਾਂ। ਤਾਂ ਉੱਥੇ ਆ ਕੇ ਇੱਕ ਬੰਬ ਫਟ ਗਿਆ, ਉੱਥੇ ਪਹਿਲਾਂ ਹੀ ਬਹੁਤ ਸਾਰੇ ਬੁਲੇਟਸ ਪਏ ਸੀਗੇ, ਉੱਥੇ ਆ ਕੇ ਬੰਬ ਫਟਿਆ ਤਾਂ ਉਹਦੇ ਨਾਲ ਤਾਂ ਬਹੁਤ ਹੀ ਵੱਡਾ ਵਿਸਫੋਟ ਹੋਇਆ ਹੋਣਾ। His last message to brigade headquarter before he was killed was, ਉਹਨਾਂ ਦਾ ਲਾਸਟ ਮੈਸੇਜ, ਅਖੀਰਲਾ ਸੁਨੇਹਾ ਬ੍ਰਿਗੇਡ ਹੈਡਕੁਆਟਰ ਨੂੰ ਜਿਹੜਾ ਗਿਆ, ਕਿਉਂਕਿ ਉਹ ਵਾਇਰਲੈਸ ਦੇ ਨਾਲ ਜੁੜੇ ਹੁੰਦੇ ਆ ਨਾ ਫੌਜੀ, ਤਾਂ ਉਹਨਾਂ ਨੇ ਆਪਣਾ ਸੁਨੇਹਾ ਦਿੱਤਾ ਆਪਣੇ ਹੈਡਕੁਆਟਰ ਨੂੰ। ਤਾਂ ਉਹ ਕੀ ਸੀ? ਮੇਜਰ ਸੋਮਨਾਥ ਸ਼ਰਮਾ ਦੇ ਸ਼ਹੀਦ ਹੋਣ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਲਾਸਟ ਮੈਸੇਜ ਆਪਣੇ ਹੈਡਕੁਆਟਰ ਨੂੰ ਦਿੱਤਾ ਸੀ ਉਹ ਕੀ ਸੀ? ਦੇਖੋ, ਇਹ ਡਬਲ ਕੋਟਸ ਦੇ ਵਿੱਚ ਬੱਚਿਓ ਲਿਖਿਆ ਹੋਇਆ। ਇਹਦਾ ਮਤਲਬ ਬਿਲਕੁਲ ਐਗਜ਼ੈਕਟ ਵਰਡਸ ਮੇਜਰ ਸੋਮਨਾਥ ਸ਼ਰਮਾ ਦੇ ਇੱਥੇ ਕੋਟ ਕੀਤੇ ਗਏ ਨੇ। ਉਹਨਾਂ ਨੇ ਇਹੀ ਸ਼ਬਦ ਆਪਣੇ ਹੈਡਕੁਆਟਰ ਨੂੰ ਬੋਲੇ ਸੀ। ਕੀ ਬੋਲੇ ਸੀ? ਦਾ ਐਨੀਮੀਜ਼ ਆਰ ਓਨਲੀ 50 ਯਾਰਡ ਫਰੋਮ ਅਸ, ਸਾਡਾ ਦੁਸ਼ਮਣ ਸਾਡੇ ਤੋਂ ਸਿਰਫ 50 ਗਜ਼ ਦੀ ਦੂਰੀ ਤੇ ਹੈ। ਵੀ ਆਰ ਅੰਡਰ ਡੈਵਸਟੇਟਿੰਗ ਫਾਇਰ, ਅਸੀਂ ਇੱਕ ਵਿਨਾਸ਼ਕਾਰੀ ਫਾਇਰ ਦਾ ਸਾਹਮਣਾ ਕਰ ਰਹੇ ਹਾਂ। ਡੈਵਸਟੇਟਿੰਗ ਦਾ ਮਤਲਬ ਹੋ ਗਿਆ ਜੀ ਵਿਨਾਸ਼ਕਾਰੀ, ਬਹੁਤ ਹੀ ਜ਼ਿਆਦਾ ਵਿਨਾਸ਼ ਕਰਨ ਵਾਲੀ। ਆਈ ਸ਼ੈਲ ਨੋਟ ਵਿਦਡਰਾ ਐਨ ਇੰਚ ਬਟ ਵਿਲ ਫਾਈਟ ਟੂ ਅਵਰ ਲਾਸਟ ਮੈਨ ਐਂਡ ਅਵਰ ਲਾਸਟ ਰਾਊਂਡ। ਕਹਿੰਦੇ ਮੈਂ 1 ਇੰਚ ਵੀ ਪਿੱਛੇ ਨਹੀਂ ਹਟਾਂਗਾ ਅਤੇ ਮੈਂ ਲੜਾਂਗਾ ਆਪਣੇ ਆਖਰੀ ਸਿਪਾਹੀ ਤੱਕ ਅਤੇ ਆਖਰੀ ਗੋਲੀ ਤੱਕ। ਤਾਂ ਇਹ ਮੈਸੇਜ ਉਹਨਾਂ ਨੇ ਹੈਡਕੁਆਟਰ ਨੂੰ ਦਿੱਤਾ ਸੀ ਮਰਨ ਤੋਂ ਪਹਿਲਾਂ। ਬਾਏ ਦਾ ਟਾਈਮ ਦਾ ਰਿਲੀਫ ਕੰਪਨੀ ਆਫ 1st ਬਟਾਲੀਅਨ ਕਮਾਊ ਰੈਜੀਮੈਂਟ ਰੀਚਡ ਬੈਡਗਾਮ ਦਾ ਪੋਜੀਸ਼ਨ ਹੈਡ ਬੀਨ ਓਵਰਰਨ। ਜਦੋਂ ਤੱਕ ਪਹਿਲੀ ਬਟਾਲੀਅਨ ਕਮਾਊ ਰੈਜੀਮੈਂਟ ਦੀ ਫੌਜ ਦੀ ਟੁਕੜੀ, ਰਿਲੀਫ ਕੰਪਨੀ ਦਾ ਮਤਲਬ ਉਹਨਾਂ ਨੂੰ ਸਹਾਰਾ ਦੇਣ ਦੇ ਲਈ, ਉਹਨਾਂ ਦੀ ਸਪੋਰਟ ਕਰਨ ਦੇ ਲਈ ਫੌਜ ਦੀ ਟੁਕੜੀ ਪਹੁੰਚਦੀ ਬੈਡਗਾਮ, ਤਾਂ ਉਹਨਾਂ ਦੀ ਪੋਜੀਸ਼ਨ ਨੂੰ ਜਿੱਤ ਲਿਆ ਗਿਆ ਸੀ। ਓਵਰਨ ਦਾ ਮਤਲਬ ਹੁੰਦਾ ਜੀ ਜਿੱਤ ਲੈਣਾ, ਮਤਲਬ ਕਿ ਉੱਥੇ ਪਾਕਿਸਤਾਨੀ ਰੇਡਰਸ ਦਾ ਕਬਜ਼ਾ ਹੋ ਚੁੱਕਿਆ ਸੀ। ਹਾਊਐਵਰ ਦਾ 200 ਕੈਜੁਅਲਟੀਜ਼ ਸਫਰਡ ਬਾਈ ਦੀ ਐਨੀਮੀ ਮੇਡ them lose their impetus to advance। ਪਰੰਤੂ 200 ਕੈਜੁਅਲਟੀਜ਼ ਹੋਈਆਂ ਜੀ, 200 ਬੰਦੇ ਮਰੇ ਸਾਡੇ ਦੁਸ਼ਮਣਾਂ ਦੇ, ਸਫਰਡ ਬਾਈ ਦਾ ਐਨੀਮੀ, ਅਤੇ ਇਸ ਦੇ ਨਾਲ ਉਹਨਾਂ ਦਾ ਅੱਗੇ ਵਧਣ ਦਾ ਹੌਸਲਾ ਟੁੱਟ ਗਿਆ। ਲੂਜ਼ ਦੇਅਰ ਇੰਪੀਟਸ, ਉਹਨਾਂ ਦਾ ਹੌਸਲਾ ਟੁੱਟ ਗਿਆ ਕਿ ਸਾਡੇ 200 ਬੰਦੇ ਇੱਕਦਮ ਮਰ ਗਏ। ਹੌਸਲਾ ਟੁੱਟਣ ਕਰਕੇ ਉਹ ਹਮਲਾਵਰ ਅੱਗੇ ਨਹੀਂ ਵਧੇ। ਇੱਥੇ ਇੰਪੀਟਸ ਦਾ ਮਤਲਬ ਗਲੋਸਰੀ 'ਚ ਲਿਖਿਆ ਹੋਇਆ ਜੀ ਸਮਥਿੰਗ ਦੈਟ ਐਨਕਰੇਜ ਅ ਪ੍ਰੋਸੈਸ ਔਰ ਐਕਟੀਵਿਟੀ ਟੂ ਡਿਵੈਲਪ ਮੋਰ ਕੁਇਕਲੀ ਸਟਿਮੂਲਸ। ਉਹੀ ਉਤਸ਼ਾਹ ਹੋਣਾ ਜੀ। ਇੰਪੀਟਸ ਦਾ ਮਤਲਬ ਹੁੰਦਾ ਜਦੋਂ ਕਿਸੇ ਚੀਜ਼ ਨਾਲ ਸਾਨੂੰ ਉਤਸ਼ਾਹ ਹੁੰਦਾ। ਜੇ ਦੇਖੋ ਪਾਕਿਸਤਾਨੀ ਹਮਲਾਵਰਾਂ ਦੇ ਇੰਨੇ ਬੰਦੇ ਨਾ ਮਰਦੇ ਤਾਂ ਇਹਨਾਂ ਨੇ ਡੈਫੀਨੇਟਲੀ ਅੱਗੇ ਵਧਣਾ ਸੀ, ਪਰ ਕਿਉਂਕਿ ਇਹਨਾਂ ਦੇ 200 ਬੰਦੇ ਮਰ ਗਏ ਸੀ, ਇਸ ਕਰਕੇ ਇਹਨਾਂ ਦਾ ਹੌਸਲਾ ਨਹੀਂ ਪਿਆ ਕਿ ਅਸੀਂ ਅੱਗੇ ਵਧੀਏ। The Indian troops in the meantime flew into Srinagar airfield and blocked all routes to Srinagar. In the meantime, ਇਸ ਦੌਰਾਨ ਸਾਡੀ ਭਾਰਤੀਆਂ ਫੌਜਾਂ ਸ਼੍ਰੀਨਗਰ 에ਅਰਫੀਲਡ ਤੇ ਪਹੁੰਚ ਗਈਆਂ ਅਤੇ ਉਹਨਾਂ ਨੇ ਸ਼੍ਰੀਨਗਰ ਦੇ ਸਾਰੇ ਰਸਤੇ ਬਲੌਕ ਕਰ ਲਏ ਤਾਂ ਕਿ ਦੁਸ਼ਮਣ ਉੱਥੇ ਨਾ ਪਹੁੰਚ ਸਕੇ। In this manner, ਇਸ ਤਰੀਕੇ ਦੇ ਨਾਲ ਸੋਮਨਾਥ ਸ਼ਰਮਾ prevented the fall of Srinagar। ਸੋਮਨਾਥ ਸ਼ਰਮਾ ਨੇ ਜਾਨ ਦੇ ਕੇ ਸ਼੍ਰੀਨਗਰ ਨੂੰ ਦੁਸ਼ਮਣਾਂ ਦੇ ਹੱਥ ਤੋਂ ਜਾਣ ਦੇ ਲਈ ਰੋਕ ਲਿਆ। ਤਾਂ ਬਹੁਤ ਹੀ ਸ਼ੂਰਬੀਰ ਸੀਗੇ ਜੀ ਮੇਜਰ ਸੋਮਨਾਥ ਸ਼ਰਮਾ। ਇਹਨਾਂ ਤੇ ਬਹੁਤ ਸਾਰੀਆਂ ਡਾਕੂਮੈਂਟਰੀਜ਼ ਬੱਚੋ ਬਣੀਆਂ ਹੋਈਆਂ ਨੇ, YouTube ਤੇ ਜਾ ਕੇ ਤੁਸੀਂ ਦੇਖ ਸਕਦੇ ਹੋ। ਤਾਂ ਸਟੂਡੈਂਟਸ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਵੰਦਨਾ ਸਹਿਗਲ ਜੀ ਨੇ ਇਹਨਾਂ ਸ਼ਹੀਦਾਂ ਦੀ ਜਾਣਕਾਰੀ ਦੇਣ ਦੇ ਲਈ ਉਹਨਾਂ ਨੇ ਕਈ ਥਾਵਾਂ ਤੋਂ ਜਾਣਕਾਰੀ ਲਈ ਹੈ। ਤੇ ਮੇਜਰ ਸੋਮਨਾਥ ਸ਼ਰਮਾ ਦਾ ਜਿਹੜਾ ਉਹਨਾਂ ਨੇ ਟੌਪਿਕ ਲਿਆ ਇਹ ਵਿਕੀਪੀਡੀਆ ਨਾਂ ਦੀ ਸਾਈਟ ਤੇ ਉੱਪਰ ਮੌਜੂਦ ਹੈ। ਉਸ ਦੇ ਵਿੱਚੋਂ ਇਹ ਥੋੜ੍ਹਾ ਜਿਹਾ ਟੌਪਿਕ ਲਿਆ। ਜੇਕਰ ਤੁਸੀਂ ਪੂਰਾ ਟੌਪਿਕ ਪੜ੍ਹਨਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਉਸ ਸਾਈਟ ਦਾ ਲਿੰਕ ਸਕਰੀਨ ਦੇ ਉੱਪਰ ਪ੍ਰੋਵਾਈਡ ਕਰ ਰਹੇ ਹਾਂ, ਜਿਸ ਤੇ ਜਾ ਕੇ ਤੁਸੀਂ ਮੇਜਰ ਸੋਮਨਾਥ ਸ਼ਰਮਾ ਦਾ ਇਹ ਪੂਰਾ ਟੌਪਿਕ ਪੜ੍ਹ ਸਕਦੇ ਹੋ, ਜਿਹਦੇ ਵਿੱਚੋਂ ਥੋੜ੍ਹਾ ਜਿਹਾ ਹਿੱਸਾ ਰਾਈਟਰ ਨੇ ਇਸ ਚੈਪਟਰ ਦੇ ਵਿੱਚ ਪੇਸ਼ ਕੀਤਾ ਹੈ। ਸਟੂਡੈਂਟ, ਸਾਡੇ ਦੂਸਰੇ ਪਰਮਵੀਰ ਚੱਕਰ ਵਿਜੇਤਾ ਦਾ ਨਾਮ ਹੈ ਲੈਫਟੀਨੈਂਟ ਕਰਨਲ ਧਨ ਸਿੰਘ ਥਾਪਾ। ਇੱਥੇ PVC ਦਾ ਮਤਲਬ ਹੈ ਪਰਮਵੀਰ ਚੱਕਰ। ਹੀ ਵਾਜ਼ ਐਨ ਇੰਡੀਅਨ ਆਰਮੀ ਮੇਜਰ ਇਨ 1st ਬਟਾਲੀਅਨ 8th ਗੋਰਖਾ ਰਾਈਫਲਸ ਰੈਜੀਮੈਂਟ। ਸਟੂਡੈਂਟ, ਸਾਡੇ ਸੈਕਿੰਡ ਪਰਮਵੀਰ ਚੱਕਰ ਵਿਜੇਤਾ ਦਾ ਨਾਮ ਹੈ ਜੀ ਲੈਫਟੀਨੈਂਟ ਕਰਨਲ ਧਨ ਸਿੰਘ ਥਾਪਾ। ਇੱਥੇ PVC ਦਾ ਮਤਲਬ ਹੈ ਪਰਮਵੀਰ ਚੱਕਰ। ਹੀ ਵਾਜ਼ ਐਨ ਇੰਡੀਅਨ ਆਰਮੀ ਮੇਜਰ ਇਨ 1st ਬਟਾਲੀਅਨ 8th ਗੋਰਖਾ ਰਾਈਫਲਸ ਰੈਜੀਮੈਂਟ। ਤਾਂ ਉਹ ਭਾਰਤੀ ਫੌਜ ਦੇ ਮੇਜਰ ਸੀਗੇ ਜੀ ਅਤੇ ਉਹ ਪਹਿਲੀ ਬਟਾਲੀਅਨ 8ਵੀਂ ਗੋਰਖਾ ਰਾਈਫਲ ਰੈਜੀਮੈਂਟ ਦੇ ਵਿੱਚ ਫੌਜੀ ਸੀ। ਹੀ ਵਾਜ਼ ਕਮਿਸ਼ਨਡ ਔਨ 28th ਅਗਸਤ 1949। ਤਾਂ ਉਹਨਾਂ ਨੂੰ 28 ਅਗਸਤ 1949 ਦੇ ਵਿੱਚ ਭਾਰਤੀ ਫੌਜ ਦੀ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ ਜੀ। At 6 on 20th October 1962, the Chinese opened a barrage of artillery and mortar fire over
ਸਿਰੀਜੈਪ 1 ਪੋਸਟ ਨੀਅਰ ਦਾ ਚੂਸ਼ਲ 에ਅਰਪੋਰਟ ਇਨ ਲਦਾਖ। ਤਾਂ ਜਿਵੇਂ ਕਿ ਇਸ ਚੈਪਟਰ ਦੇ ਪਹਿਲੇ ਪਰਮਵੀਰ ਚੱਕਰ ਵਿਜੇਤਾ ਮੇਜਰ ਸੋਮਨਾਥ ਸ਼ਰਮਾ ਦਾ ਜ਼ਿਕਰ 1947-48 ਭਾਰਤ ਪਾਕਿਸਤਾਨ ਦੀ ਲੜਾਈ ਵੇਲੇ ਹੋਇਆ ਹੈ, ਤਾਂ ਇਸ ਲੜਾਈ ਦਾ ਜ਼ਿਕਰ ਹੋਇਆ ਜੀ 1962 ਈਸਵੀ ਦੇ ਵਿੱਚ ਜਿਹੜੀ ਲੜਾਈ ਹੋਈ ਹੈ ਇੰਡੀਆ ਅਤੇ ਚਾਈਨਾ ਦੇ ਵਿਚਕਾਰ। ਤਾਂ ਇਹ ਹੋਇਆ ਜੀ 20 ਅਕਤੂਬਰ 1962 ਈਸਵੀ ਨੂੰ 6 ਵਜੇ। ਤਾਂ ਚਾਈਨੀਜ਼ ਨੇ, ਚੀਨੀ ਫੌਜੀਆਂ ਨੇ ਓਪਨਡ ਅ ਬਰਾਜ। ਨਾ ਉਹ ਬਰਾਜ ਗਲੋਸਰੀ ਦੇ ਵਿੱਚ ਲਿਖਿਆ ਹੋਇਆ ਜੀ। ਬਰਾਜ ਦਾ ਮਤਲਬ ਹੈ ਦਾ ਕੰਟੀਨਿਊਸ ਫਾਇਰਿੰਗ ਆਫ ਅ ਲਾਰਜ ਨੰਬਰ ਆਫ ਗਨਸ ਇਨ ਅ ਪਰਟੀਕੂਲਰ ਡਾਇਰੈਕਸ਼ਨ। ਤਾਂ ਜਦੋਂ ਬਹੁਤ ਸਾਰੀਆਂ ਬੰਦੂਕਾਂ ਇੱਕੋ ਹੀ ਡਾਇਰੈਕਸ਼ਨ ਦੇ ਵਿੱਚ ਬਹੁਤ ਜ਼ਿਆਦਾ ਫਾਇਰ ਕਰਦੀਆਂ ਨੇ, ਉਹਨੂੰ ਅਸੀਂ ਬਰਾਜ ਕਹਿੰਦੇ ਹਾਂ। ਤਾਂ ਚੀਨੀ ਫੌਜੀਆਂ ਨੇ ਆਰਟਿਲਰੀ ਦਾ ਬਰਾਜ ਕੀਤਾ। ਆਰਟਿਲਰੀ ਬੱਚਿਓ ਇੱਕ ਹੈਵੀ ਗਨ ਹੁੰਦੀ ਹੈ ਜੋ ਕਿ ਪਹੀਆਂ ਤੇ ਚੱਲਦੀ ਹੈ। ਜਿਵੇਂ ਕਿ ਬੱਚਿਓ ਤੁਸੀਂ ਪਿਕ ਦੇ ਵਿੱਚ ਦੇਖ ਪਾ ਰਹੇ ਹੋ, ਇਸ ਨੂੰ ਅਸੀਂ ਆਰਟਿਲਰੀ ਕਹਿੰਦੇ ਹਾਂ। ਤਾਂ ਇਹ ਗਲੋਸਰੀ ਦੇ ਵਿੱਚ ਵੀ ਇਸ ਦਾ ਮਤਲਬ ਲਿਖਿਆ ਹੋਇਆ, ਆਪਾਂ ਪੜ੍ਹ ਲੈਂਦੇ ਹਾਂ ਕਿ ਲਾਰਜ ਹੈਵੀ ਗਨਸ ਵਿਚ ਆਰ ਓਫਨ ਮੂਵਡ ਔਨ ਵੀਲਸ। ਲਾਰਜ ਹੈਵੀ ਗਨਸ ਨੇ ਜੀ, ਕਾਫੀ ਵੱਡੀਆਂ ਬੰਦੂਕਾਂ ਨੇ, ਪਰ ਇਹ ਵੀਲਸ ਦੇ ਸਹਾਰੇ, ਪਹੀਆਂ ਦੇ ਸਹਾਰੇ ਚੱਲਦੀਆਂ ਨੇ। ਅਤੇ ਨਾਲ ਹੀ ਉਹਨਾਂ ਚੀਨੀ ਫੌਜੀਆਂ ਨੇ ਮੋਟਰ ਫਾਇਰ ਵੀ ਕੀਤੀ। ਮੋਟਰ ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ। ਮੋਟਰ ਤੇ ਆਰਟਿਲਰੀ ਦੇ ਵਿੱਚ ਬੱਚਿਓ ਫਰਕ ਸਿਰਫ ਇਹੀ ਹੈ ਕਿ ਮੋਟਰ ਵੀ ਹੈਵੀ ਗਨ ਹੈ, ਆਰਟਿਲਰੀ ਵੀ ਹੈਵੀ ਗਨ ਹੈ, ਲੇਕਿਨ ਮੋਟਰ ਨੂੰ ਚੱਕ ਕੇ ਲੈ ਕੇ ਜਾਇਆ ਜਾਂਦਾ ਹੈ। ਆਰਟਿਲਰੀ ਆਪਣੇ ਆਪ ਪਹੀਆਂ ਦੇ ਸਹਾਰੇ ਚੱਲ ਸਕਦੀ ਹੈ। ਤਾਂ ਇਹਨਾਂ ਦੋਨਾਂ ਦੇ ਨਾਲ ਉਹਨਾਂ ਨੇ ਕਾਫੀ ਜ਼ਿਆਦਾ ਫਾਇਰ ਕੀਤੇ। ਕਿੱਥੇ? ਸਿਰੀਜਪ 1 ਪੋਸਟ ਤੇ ਕੀਤੇ, ਜੋ ਕਿ ਚੂਸ਼ੁਲ 에ਅਰਪੋਰਟ ਹੈ ਜੀ ਲਦਾਖ ਦੇ ਵਿੱਚ, ਉਸ ਦੇ ਨੇੜੇ। ਦਾ ਸ਼ੈਲਿੰਗ ਕੰਟੀਨਿਊ ਟਿਲ 8:30। ਹੁਣ ਜਿਹੜੀ ਗੋਲਾਬਾਰੀ ਸੀ ਜੋ ਮੋਟਰ ਦੇ ਨਾਲ ਤੇ ਆਰਟਿਲਰੀ ਦੇ ਨਾਲ ਚੀਨੀ ਫੌਜ ਕਰ ਰਹੀ ਸੀ, ਇਹ ਗੋਲਾਬਾਰੀ ਚੱਲਦੀ ਰਹੀ 8:30 ਵਜੇ ਤੱਕ। ਤਾਂ ਸ਼ੈਲਿੰਗ ਦਾ ਮਤਲਬ ਇੱਥੇ ਬੱਚਿਓ ਗੋਲਾਬਾਰੀ ਹੈ। ਐਂਡ ਦਾ ਹੋਲ ਏਰੀਆ ਵਾਸ ਸੈਟ ਅਬਲੇਜ਼। ਅਤੇ ਇੰਨੀ ਜ਼ਿਆਦਾ ਫਾਇਰਿੰਗ ਹੋ ਰਹੀ ਸੀ, ਇੰਨੇ ਜ਼ਿਆਦਾ ਗੋਲੀਆਂ ਚੱਲ ਰਹੀਆਂ ਸੀ ਕਿ ਸਾਰੇ ਦਾ ਸਾਰਾ ਏਰੀਆ, ਚੂਸ਼ਲ 에ਅਰਪੋਰਟ ਦੇ ਜਿਸ ਪੋਸਟ ਦਾ ਜ਼ਿਕਰ ਹੈ ਸਿਰੀਜੈਪ 1, ਉਹ ਸਾਰੇ ਦੇ ਸਾਰੇ ਨੂੰ ਅੱਗ ਲੱਗੀ। ਨੋ ਸੈਟ ਅਬਲੇਜ਼ ਬੱਚਿਓ ਇੱਕ ਫਰੇਜ਼ ਹੁੰਦਾ ਹੈ ਜੀ, ਜਿਸ ਦਾ ਮਤਲਬ ਹੁੰਦੀ ਹੈ ਕਿਸੇ ਚੀਜ਼ ਨੂੰ ਅੱਗ ਲਗਾ ਦੇਣਾ। ਇੱਥੇ ਅਬਲੇਜ਼ ਦਾ ਮਤਲਬ ਵੀ ਬੱਚਿਓ ਲਿਖਿਆ ਬਰਨਿੰਗ ਕੁਇਕਲੀ ਐਂਡ ਸਟਰੋਂਗਲੀ। ਬਹੁਤ ਜ਼ਿਆਦਾ ਜਦੋਂ ਅੱਗ ਲੱਗ ਜਾਂਦੀ ਹੈ ਤੇ ਤੇਜ਼ੀ ਨਾਲ ਅੱਗ ਲੱਗਦੀ ਹੈ ਤਾਂ ਉਸ ਨੂੰ ਅਸੀਂ ਅਬਲੇਜ਼ ਕਹਿੰਦੇ ਹਾਂ, ਜਿਵੇਂ ਮੈਂ ਤੁਹਾਨੂੰ ਸੈਟ ਅਬਲੇਜ਼ ਸਮਝਾਇਆ। ਪੂਰੇ ਹੀ ਉਸ ਪੋਸਟ ਨੂੰ ਅੱਗ ਲਗਾ ਦਿੱਤੀ ਚੀਨੀ ਫੌਜ ਨੇ। ਸਮ ਸ਼ੈਲਸ ਫੈਲ ਔਨ ਦਾ ਕਮਾਂਡ ਪੋਸਟ ਐਂਡ ਡੈਮੇਜ ਦਾ ਵਾਇਰਲੈਸ ਸੈਟ। ਤਾਂ ਹੁਣ ਕੁਝ ਜਿਹੜੇ ਗੋਲੇ ਸੀਗੇ ਉਹ ਕਮਾਂਡ ਪੋਸਟ ਤੇ ਵੀ ਡਿਗੇ, ਜਿੱਥੋਂ ਕਿ ਕਮਾਂਡ ਹੋ ਰਹੀ ਸੀ, ਭਾਰਤੀ ਫੌਜ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਸੀ, ਹੁਕਮ ਦਿੱਤੇ ਜਾ ਰਹੇ ਸੀ, ਤਾਂ ਉਸ ਜਗ੍ਹਾ ਤੇ ਵੀ ਇਹ ਗੋਲੇ ਗਿਰੇ। ਅਤੇ ਉੱਥੇ ਕੁਝ ਵਾਇਰਲੈਸ ਸੈੱਟ ਪਏ ਸੀ ਬੱਚਿਓ, ਤਾਂ ਉਹ ਸਾਰੇ ਡੈਮੇਜ ਹੋ ਗਏ। ਦਿਸ ਪੁੱਟ ਦਾ ਪੋਸਟ ਆਊਟ ਆਫ ਕਮਿਊਨੀਕੇਸ਼ਨ। ਨਾ ਉਸ ਜਗ੍ਹਾ ਤੋਂ, ਕਿਉਂਕਿ ਉਸ ਵਾਇਰਲੈਸ ਸੈੱਟ ਦੇ ਨਾਲ, ਹੈੱਡਕੁਆਟਰ ਦੇ ਨਾਲ ਇਸ ਗੋਰਖਾ ਰਾਈਫਲ ਰੈਜੀਮੈਂਟ ਦਾ ਕਮਿਊਨੀਕੇਸ਼ਨ ਜਾਂ ਸੰਚਾਰ ਸਥਾਪਿਤ ਹੁੰਦਾ ਸੀ। ਤਾਂ ਕਿਉਂਕਿ ਹੁਣ ਵਾਇਰਲੈਸ ਸੈੱਟ ਹੀ ਸਾਰੇ ਗੋਲਾਬਾਰੀ ਦੇ ਵਿੱਚ ਖਤਮ ਹੋ ਗਏ, ਤਾਂ ਉਹ ਜਿਹੜਾ ਕਮਿਊਨੀਕੇਸ਼ਨ ਸੀ ਹੈੱਡਕੁਆਟਰ ਦੇ ਨਾਲ, ਉਹ ਟੁੱਟ ਗਈ। ਤਾਂ ਹੁਣ ਕਿਸੇ ਤਰ੍ਹਾਂ ਦਾ ਵੀ ਜੋ ਸੰਦੇਸ਼ ਸੀਗਾ ਇਸ ਰੈਜੀਮੈਂਟ ਵੱਲੋਂ, ਇਸ ਫੌਜ ਦੀ ਟੁਕੜੀ ਵੱਲੋਂ ਹੈੱਡਕੁਆਟਰ ਵੱਲ ਨਹੀਂ ਸੀ ਜਾ ਸਕਦਾ। ਕਮਿਊਨੀਕੇਸ਼ਨ ਦਾ ਮਤਲਬ ਹੁੰਦਾ ਬੱਚਿਓ ਸੰਚਾਰ। ਸੰਚਾਰ ਦਾ ਮਤਲਬ ਕਿ ਜਦੋਂ ਆਪਾਂ ਇੱਕ ਥਾਂ ਤੋਂ ਦੂਜੀ ਥਾਂ ਤੱਕ ਕੋਈ ਸੁਨੇਹਾ ਪਹੁੰਚਾਉਣਾ ਹੁੰਦਾ ਹੈ। ਦ ਚਾਈਨੀਜ਼ ਦੈਨ ਅਟੈਕਡ ਇਨ ਓਵਰਵੈਲਮਿੰਗ ਨੰਬਰਸ। ਫਿਰ ਚੀਨੀ ਫੌਜ ਨੇ ਬਹੁਤ ਹੀ ਜ਼ਿਆਦਾ ਗਿਣਤੀ ਦੇ ਵਿੱਚ, ਓਵਰਵੈਲਮਿੰਗ ਦਾ ਮਤਲਬ ਹੁੰਦਾ ਬੱਚਿਓ ਵੈਰੀ ਲਾਰਜ, ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਅਟੈਕ ਕੀਤਾ, ਹਮਲਾ ਕੀਤਾ। ਮੇਜਰ ਥਾਪਾ ਐਂਡ ਹਿਜ਼ ਮੈਨ ਰਿਪਲਸ ਦਾ ਅਟੈਕ। ਤਾਂ ਮੇਜਰ ਥਾਪਾ ਅਤੇ ਉਸਦੇ ਆਦਮੀਆਂ ਨੇ ਰਿਪਲਸ ਕਰ ਦਿੱਤਾ। ਰਿਪਲਸ ਦਾ ਮਤਲਬ ਹੈ ਪਿੱਛੇ ਧੱਕ ਦਿੱਤਾ ਉਸ ਹਮਲੇ ਨੂੰ। ਇਹਦਾ ਮਤਲਬ ਇਹ ਹੋਇਆ ਕਿ ਚੀਨੀ ਫੌਜ ਨੂੰ ਉਹਨਾਂ ਨੇ ਪਿੱਛੇ ਧੱਕ ਦਿੱਤਾ। ਅਤੇ ਇਨਫਲਿਕਟਿੰਗ ਹੈਵੀ ਕੈਜੁਅਲਟੀਜ਼ ਔਨ ਦਾ ਐਨੀਮੀ। ਅਤੇ ਉਹਨਾਂ ਨੇ ਆਪਣੇ ਦੁਸ਼ਮਣਾਂ ਦਾ ਕਾਫੀ ਜ਼ਿਆਦਾ ਨੁਕਸਾਨ ਕੀਤਾ। ਇਨਫਲਿਕਟਿੰਗ ਹੈਵੀ ਕੈਜੁਅਲਟੀਜ਼, ਇਹ ਵਰਡਸ ਪਹਿਲਾਂ ਵੀ ਆ ਚੁੱਕੇ, ਮੈਂ ਉਸ ਦੇ ਵਿੱਚ ਐਕਸਪਲੇਨ ਕੀਤੇ ਹੋਏ ਆ। ਦ ਚਾਈਨੀਜ਼ ਮਾਊਂਟਡ another attack in greater numbers after shelling the area with artillery and mortar fire। ਤਾਂ ਜਦੋਂ ਚੀਨੀਆਂ ਦਾ ਇੱਕ ਵਾਰੀ ਹਮਲਾ ਅਸਫਲ ਹੋ ਗਿਆ, ਉਹਨਾਂ ਨੇ ਦੁਬਾਰਾ ਤੋਂ ਅਟੈਕ ਕੀਤਾ। another attack, mounted another attack ਦਾ ਮਤਲਬ ਦੁਬਾਰਾ ਹਮਲਾ ਕੀਤਾ। in greater numbers, ਹੋਰ ਜ਼ਿਆਦਾ ਨੰਬਰ ਦੇ ਵਿੱਚ। ਅਤੇ ਉਹਨਾਂ ਨੇ ਉਸ ਏਰੀਆ ਦੇ ਉੱਪਰ ਫਿਰ ਗੋਲਾਬਾਰੀ ਕੀਤੀ। ਕਿਸ ਦੇ ਨਾਲ? ਉਵੇਂ ਆਰਟਿਲਰੀ ਦੇ ਨਾਲ ਅਤੇ ਮੋਟਰ ਫਾਇਰ ਦੇ ਨਾਲ। ਮੇਜਰ ਥਾਪਾ ਵਨਸ ਅਗੇਨ ਰਿਪਲਸ ਦਾ ਅਟੈਕ। ਜਦੋਂ ਚੀਨੀਆਂ ਨੇ ਦੁਬਾਰਾ ਅਟੈਕ ਕੀਤਾ, ਉਸ ਅਟੈਕ ਨੂੰ ਵੀ ਮੇਜਰ ਥਾਪਾ ਨੇ ਇੱਕ ਵਾਰ ਫਿਰ ਰਿਪਲਸ ਕਰ ਦਿੱਤਾ, ਮਤਲਬ ਪਿੱਛੇ ਧੱਕ ਦਿੱਤਾ, ਦੁਸ਼ਮਣਾਂ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ। ਤੇ ਫਿਰ ਕੀ ਕੀਤਾ ਉਹਨਾਂ ਨੇ? ਇਨਫਲਿਕਟਿੰਗ ਹੈਵੀ ਲੋਸਿਸ ਔਨ ਦਾ ਚਾਈਨੀਜ਼। ਅਤੇ ਉਸ ਲੜਾਈ ਦੇ ਵਿੱਚ ਚੀਨੀਆਂ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ। A short while later, a third Chinese attack included tanks in support of the infantry। ਕੁਝ ਸਮੇਂ ਬਾਅਦ, a short while later ਦਾ ਮਤਲਬ ਕੁਝ ਸਮੇਂ ਬਾਅਦ, ਇੱਕ ਤੀਸਰਾ ਚੀਨੀਆਂ ਦਾ ਅਟੈਕ ਹੋਇਆ ਜਿਸ ਦੇ ਵਿੱਚ ਟੈਂਕ ਸ਼ਾਮਿਲ ਸੀ ਜੋ ਕਿ ਇਨਫੈਂਟਰੀ ਦੀ ਸਪੋਰਟ ਕਰ ਰਹੇ ਸੀ। ਤਾਂ ਇਨਫੈਂਟਰੀ ਸ਼ਬਦ ਬੱਚਿਓ ਗਲੋਸਰੀ 'ਚ ਆਇਆ।
ਇਹਦਾ ਮਤਲਬ ਹੈ ਸੋਲਜਰਸ ਹੂ ਫਾਈਟ ਔਨ ਫੁੱਟ, ਮਤਲਬ ਜਿਹੜੇ ਪੈਦਲ ਸਿਪਾਹੀ ਹੁੰਦੇ ਆ ਉਹਨਾਂ ਨੂੰ ਅਸੀਂ ਇਨਫੈਂਟਰੀ ਕਹਿੰਦੇ ਆ। ਚਾਈਨੀਜ਼ ਦੇ ਤੀਸਰੀ ਅਟੈਕ ਦੇ ਵਿੱਚ ਦੋ ਚੀਜ਼ਾਂ ਨਵੀਆਂ ਆ ਗਈਆਂ, ਦੇਖੋ ਇੱਕ ਇਨਫੈਂਟਰੀ ਆਈ ਤੇ ਨਾਲ ਟੈਂਕਸ ਆਏ। The defenders were weakened by the casualties suffered in earlier attacks। ਹੁਣ ਜਿਹੜੇ ਡਿਫੈਂਡਰ ਸੀਗੇ, ਡਿਫੈਂਡਰਸ ਇੱਥੇ ਕਿਸ ਨੂੰ ਕਿਹਾ ਗਿਆ? ਮੇਜਰ ਥਾਪਾ ਅਤੇ ਉਸਦੇ ਆਦਮੀਆਂ ਨੂੰ। ਹੁਣ ਇਹ ਥੋੜ੍ਹੇ ਵੀਕ ਹੋ ਗਏ ਸੀ, ਕਮਜ਼ੋਰ ਹੋ ਗਏ ਸੀ, ਕਿਉਂਕਿ ਕਾਫੀ ਜ਼ਿਆਦਾ ਨੁਕਸਾਨ ਵੀ ਪਹਿਲਾਂ ਵਾਲੇ ਹਮਲਿਆਂ ਦੇ ਵਿੱਚ ਇਹਨਾਂ ਤੇ ਹੋਇਆ ਸੀ। ਕੈਜੁਅਲਟੀਜ਼ ਦਾ ਮਤਲਬ ਉਹੀ ਕਾਫੀ ਜ਼ਿਆਦਾ ਇਹਨਾਂ ਦੇ ਜੋ ਫੌਜ ਦੇ ਸਿਪਾਹੀ ਸੀ ਉਹ ਸ਼ਹੀਦ ਹੋ ਗਏ ਸੀ। ਬਟ ਹੈਲਡ ਆਊਟ ਵਾਈਲ ਦਾ ਐਮੂਨੀਸ਼ਨ ਲਾਸਟਿਡ, ਪਰ ਜਦੋਂ ਤੱਕ ਉਹਨਾਂ ਦਾ ਐਮੂਨੀਸ਼ਨ ਦਾ ਮਤਲਬ ਉਹੀ ਗੋਲਾਬਾਰੀ ਜੋ ਇਹਨਾਂ ਕੋਲੇ ਸੀ, ਉਸਦਾ ਜੋ ਭੰਡਾਰ ਸੀ, ਜਦ ਤੱਕ ਉਹਨਾਂ ਕੋਲੇ ਰਿਹਾ ਉਹਨਾਂ ਨੇ ਆਪਣੀ ਪੋਸਟ ਨਹੀਂ ਛੱਡੀ, ਉਹ ਆਪਣੀ ਪੋਸਟ ਤੇ ਡਟੇ ਰਹੇ। ਤਾਂ ਇੱਥੇ ਬੱਚਿਓ ਹੋਲਡ ਆਊਟ ਇੱਕ ਫਰੇਜ਼ਲ ਵਰਬ ਆਈ ਹੈ। ਤਾਂ ਹੋਲਡ ਆਊਟ ਦਾ ਮਤਲਬ ਹੁੰਦਾ ਬੱਚਿਓ ਔਖੀਆਂ ਹਾਲਾਤਾਂ ਦੇ ਵਿੱਚ ਵੀ ਜਦੋਂ ਫੌਜ ਆਪਣੇ ਮੋਰਚੇ ਤੇ ਖੜੀ ਰਹਿੰਦੀ ਹੈ ਉਸ ਨੂੰ ਅਸੀਂ ਹੋਲਡ ਆਊਟ ਕਹਿੰਦੇ ਹਾਂ। ਵੈਨ ਦਾ ਚਾਈਨੀਜ਼ ਫਾਈਨਲੀ ਓਵਰ ਇਨ ਦਾ ਪੋਸਟ, ਮੇਜਰ ਥਾਪਾ ਜੰਪਡ ਆਊਟ ਆਫ ਹਿਸ ਟ੍ਰੈਂਚ ਐਂਡ ਕਿਲਡ ਮੈਨੀ ਇੰਟਰੂਡਰਸ ਇਨ ਹੈਂਡ ਟੂ ਹੈਂਡ ਫਾਈਟਿੰਗ। ਤੇ ਕਿਉਂਕਿ ਹੁਣ ਸਾਡੀ ਫੌਜ ਦਾ ਨੁਕਸਾਨ ਕਾਫੀ ਹੋ ਗਿਆ ਸੀ, ਇਸ ਕਰਕੇ ਚਾਈਨੀਜ਼ ਨੇ ਆਖਿਰ ਇਹ ਪੋਸਟ ਤੇ ਆਪਣਾ ਅਧਿਕਾਰ ਕਰ ਲਿਆ, ਉਸ ਪੋਸਟ ਤੇ ਉਹਨਾਂ ਨੇ ਕਬਜ਼ਾ ਕਰ ਲਿਆ। ਤਾਂ ਮੇਜਰ ਥਾਪਾ ਆਪਣੀ ਖਾਈ ਦੇ ਵਿੱਚੋਂ ਬਾਹਰ ਆ ਗਏ। ਤਾਂ ਫੌਜੀ ਨਾ ਕਈ ਖਾਈਆਂ ਬਣਾ ਕੇ ਲੜਦੇ ਨੇ, ਤਾਂ ਮੇਜਰ ਥਾਪਾ ਵੀ ਖਾਈ ਬਣਾ ਕੇ ਲੜ ਰਹੇ ਸੀ, ਜਿਵੇਂ ਕਿ ਤੁਸੀਂ ਪਿਕ ਦੇ ਵਿੱਚ ਦੇਖ ਪਾ ਰਹੇ ਹੋ। ਤਾਂ ਇੱਥੇ ਟ੍ਰੈਂਚ ਦਾ ਮਤਲਬ ਵੀ ਬੱਚਿਓ ਲਿਖਿਆ ਹੈ ਗਲੋਸਰੀ 'ਚ, ਅ ਲੌਂਗ ਡੀਪ ਹੋਲ ਡਗ ਇਨ ਦਾ ਗਰਾਊਂਡ ਇਨ ਵਿਚ ਸੋਲਜਰਸ ਕੈਨ ਬੀ ਪ੍ਰੋਟੈਕਟਿਡ ਫਰੋਮ ਐਨੀਮੀ ਅਟੈਕਸ। ਤਾਂ ਉਸੇ ਤਰ੍ਹਾਂ ਇੱਕ ਖਾਈ ਹੁੰਦੀ ਹੈ ਜੀ, ਜਿਸ ਦੇ ਵਿੱਚ ਕਾਫੀ ਲੰਬੀ ਖਾਈ ਹੁੰਦੀ ਹੈ ਅਤੇ ਉਸ ਦੇ ਵਿੱਚ ਜਿਹੜੇ ਸਿਪਾਹੀ ਹੁੰਦੇ ਨੇ ਉਹ ਰਹਿ ਕੇ ਨਾਲੇ ਤਾਂ ਦੁਸ਼ਮਣਾਂ 'ਤੇ ਹਮਲੇ ਕਰਦੇ ਨੇ, ਨਾਲੇ ਆਪਣੇ ਆਪ ਨੂੰ ਗੋਲੀਬਾਰੀ ਤੋਂ ਬਚਾ ਕੇ ਵੀ ਰੱਖਦੇ ਨੇ। ਤਾਂ ਉਹ ਆਪਣੀ ਟ੍ਰੈਂਚ ਤੋਂ ਬਾਹਰ ਆ ਗਏ ਅਤੇ ਬਾਹਰ ਆ ਕੇ ਉਹਨਾਂ ਨੇ ਕਈ ਸਾਰੇ ਘੁਸਪੈਠੀਏ, ਇੰਟਰੂਡਰਸ ਦਾ ਮਤਲਬ ਹੁੰਦਾ ਬੱਚਿਓ ਘੁਸਪੈਠੀਏ, ਤਾਂ ਕਈ ਘੁਸਪੈਠੀਏ ਨੂੰ ਉਹਨਾਂ ਨੇ ਹੈਂਡ ਟੂ ਹੈਂਡ ਫਾਈਟਿੰਗ 'ਚ ਮਾਰਤਾ। ਹੈਂਡ ਟੂ ਹੈਂਡ ਫਾਈਟਿੰਗ ਮਤਲਬ ਕਿ ਉਹਨਾਂ ਨੇ ਦੋ ਹੱਥ ਕਰਕੇ, ਬਿਲਕੁਲ ਜਿਵੇਂ ਬਿਨਾਂ ਹਥਿਆਰਾਂ ਤੋਂ ਲੜਾਈ ਹੁੰਦੀ ਹੈ ਤਾਂ ਇੱਕ ਬੰਦਾ ਬਿਨਾਂ ਹਥਿਆਰ ਤੋਂ ਲੜਾਈ ਕਰਦਾ, ਤਾਂ ਇਸ ਤਰੀਕੇ ਨਾਲ ਲੜਾਈ ਕਰਦੇ ਉਹਨਾਂ ਨੇ ਕਈ ਚੀਨੀਆਂ ਨੂੰ ਮਾਰਿਆ। ਤਾਂ ਤੁਹਾਨੂੰ ਯਾਦ ਹੋਣਾ ਬੱਚਿਓ ਪਿੱਛੇ ਜੇ ਵੀ ਸਾਡੀ ਭਾਰਤੀ ਫੌਜੀਆਂ ਦੀ ਲੱਦਾਖ ਵਾਲੇ ਏਰੀਆ ਦੇ ਵਿੱਚ ਹੀ ਚੀਨੀਆਂ ਨਾਲ ਲੜਾਈ ਹੋਈ ਸੀ, ਉਹ ਵੀ ਹੈਂਡ ਟੂ ਹੈਂਡ ਹੀ ਹੋਈ ਸੀ ਤੇ ਸਾਡੇ ਕਈ ਭਾਰਤੀ ਜਵਾਨਾਂ ਨੇ ਚੀਨੀਆਂ ਨੂੰ ਮਾਰਿਆ ਸੀ, ਸਾਡੇ ਆਪਣੇ ਭਾਰਤੀ ਜਵਾਨ ਵੀ ਸ਼ਹੀਦ ਹੋਏ ਸੀ। ਬਿਲਕੁਲ ਇਸੇ ਤਰ੍ਹਾਂ ਦੀ ਲੜਾਈ ਮੇਜਰ ਥਾਪਾ ਨੇ ਉਸ ਸਮੇਂ ਕੀਤੀ ਸੀ। He was eventually overpowered and captured। ਉਹਨਾਂ ਨੂੰ ਇਵੈਂਚੁਅਲੀ ਮਤਲਬ ਅੰਤ ਪਕੜ ਲਿਆ ਗਿਆ ਅਤੇ ਕੈਦ ਕਰ ਲਿਆ ਗਿਆ। ਕੈਪਚਰਡ ਦਾ ਮਤਲਬ ਕੈਦ ਕਰ ਲਿਆ ਗਿਆ। ਮੇਜਰ ਥਾਪਾ who was awarded the ਪਰਮਵੀਰ ਚੱਕਰ was believed to have been killed in this engagement। ਮੇਜਰ ਥਾਪਾ ਨੂੰ ਪਰਮਵੀਰ ਚੱਕਰ ਪ੍ਰਦਾਨ ਕੀਤਾ ਗਿਆ ਜੀ ਅਤੇ ਇਹ ਵਿਸ਼ਵਾਸ ਕੀਤਾ ਗਿਆ ਕਿ ਉਹ ਮਾਰੇ ਗਏ ਨੇ ਇਸ ਯੁੱਧ ਦੇ ਵਿੱਚ। ਬਟ ਹੀ ਵਾਜ਼ ਲੇਟਰ ਡਿਸਕਵਰਡ ਟੂ ਹੈਵ ਬੀਨ ਟੇਕਨ ਪ੍ਰਿਜ਼ਨਰ, ਪਰ ਬਾਅਦ ਦੇ ਵਿੱਚ ਇਹ ਸਾਨੂੰ ਪਤਾ ਲੱਗਿਆ ਕਿ ਉਹਨਾਂ ਨੂੰ ਪ੍ਰਿਜ਼ਨਰ ਬਣਾਇਆ ਜਾ ਚੁੱਕਿਆ। ਪ੍ਰਿਜ਼ਨਰ ਦਾ ਮਤਲਬ ਕੈਦੀ, ਕਿ ਉਹ ਚੀਨੀ ਫੌਜ ਦੀ ਕੈਦ ਦੇ ਵਿੱਚ ਨੇ। ਆਫਟਰ ਹਿਜ਼ ਰਿਲੀਜ਼ ਫਰੋਮ ਦਾ POW ਕੈਂਪ ਹੀ ਰਿਜ਼ਿਊਮਡ ਹਿਜ਼ ਮਿਲਟਰੀ ਕਰੀਅਰ। ਤਾਂ ਜਦੋਂ ਉਹਨਾਂ ਨੂੰ POW ਕੈਂਪ ਦੇ ਵਿੱਚੋਂ ਛੱਡਿਆ ਗਿਆ, ਉਹਨਾਂ POW ਦਾ ਮਤਲਬ ਹੁੰਦਾ ਬੱਚਿਓ ਪ੍ਰਿਜ਼ਨਰ ਆਫ ਵਾਰ। ਤਾਂ POW ਦਾ ਮਤਲਬ ਹੈ ਜੀ ਵਾਰ ਦੇ ਕੈਦੀ, ਯੁੱਧ ਦੇ ਕੈਦੀ। ਤਾਂ ਜਦੋਂ ਉਹਨਾਂ ਨੂੰ POW ਕੈਂਪ ਦੇ ਵਿੱਚੋਂ ਛੱਡਿਆ ਗਿਆ ਤਾਂ ਉਹਨਾਂ ਨੇ ਆਪਣਾ ਮਿਲਟਰੀ ਕਰੀਅਰ ਦੁਬਾਰਾ ਸ਼ੁਰੂ ਕੀਤਾ। ਹੀ ਰਿਟਾਇਰਡ ਐਜ਼ ਲੈਫਟੀਨੈਂਟ ਕਰਨਲ ਐਂਡ ਡਾਈਡ ਇਨ ਸੈਪਟੈਂਬਰ 2005। ਤਾਂ ਉਹ ਲੈਫਟੀਨੈਂਟ ਕਰਨਲ ਰਿਟਾਇਰ ਹੋਏ ਅਤੇ ਉਹ ਸੈਪਟੈਂਬਰ 2005 ਨੂੰ ਉਹਨਾਂ ਦੀ ਡੈਥ ਹੋਈ। ਮੇਜਰ ਥਾਪਾਜ਼ ਕੂਲ ਕਰੇਜ, ਕੌਨਸਪੀਕੀਅਸ ਫਾਈਟਿੰਗ ਕੁਆਲਿਟੀਜ਼ ਐਂਡ ਲੀਡਰਸ਼ਿਪ ਵਰ ਇਨ ਦਾ ਹਾਈਐਸਟ ਟ੍ਰੈਡੀਸ਼ਨਸ ਆਫ ਆਵਰ ਆਰਮੀ। ਬਿਲਕੁਲ ਉਹ ਕੂਲ ਰਹਿੰਦੇ ਸੀ ਤੇ ਨਾਲੇ ਬਹੁਤ ਹੀ ਜ਼ਿਆਦਾ ਦਲੇਰ ਸੀਗੇ। ਤਾਂ ਠੰਡਾ ਤੇ ਦਲੇਰੀ ਵਾਲਾ ਸੁਭਾਅ। ਕੌਨਸਪੀਕੀਅਸ ਦਾ ਮਤਲਬ ਹੁੰਦਾ ਬੱਚਿਓ ਤੁਹਾਡੀ ਗਲੋਸਰੀ 'ਚ ਲਿਖਿਆ ਹੈ ਈਜ਼ੀ ਟੂ ਸੀ ਔਰ ਨੋਟਿਸ, ਉਹ ਚੀਜ਼ ਜਿਸ ਨੂੰ ਕਿ ਅਸੀਂ ਬਿਲਕੁਲ ਪ੍ਰਤੱਖ ਤੌਰ ਤੇ ਦੇਖ ਸਕੀਏ। ਤਾਂ ਉਹਨਾਂ ਦੀਆਂ ਜਿਹੜੀਆਂ ਫਾਈਟਿੰਗ ਕੁਆਲਿਟੀਜ਼ ਸੀ, ਗੁਣ ਸੀਗੇ ਲੜਨ ਵਾਲੇ, ਤਾਂ ਉਹ ਤਾਂ ਪ੍ਰਤੱਖ ਤੌਰ ਤੇ ਜ਼ਾਹਿਰ ਹੁੰਦੇ ਸੀ। ਅਤੇ ਉਹਨਾਂ ਦੀ ਲੀਡਰਸ਼ਿਪ ਦੀ ਕੁਆਲਿਟੀ, ਅਗਵਾਈ ਦੀ ਸਾਨੂੰ ਉਹਨਾਂ ਦੇ ਅੰਦਰ ਗੁਣ ਮਿਲੇ ਨੇ। ਤਾਂ ਇਹ ਸਾਰੇ ਗੁਣ ਸਾਡੀ ਫੌਜ ਦੇ ਵਿੱਚ ਬਹੁਤ ਹੀ ਜ਼ਿਆਦਾ ਉੱਚੀ ਥਾਂ ਰੱਖਦੇ ਨੇ। ਹਾਈਐਸਟ ਟ੍ਰੈਡੀਸ਼ਨਸ ਆਫ ਆਵਰ ਆਰਮੀ। ਤਾਂ ਬੱਚਿਓ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਮੇਜਰ ਧਨ ਸਿੰਘ ਥਾਪਾ ਤੇ ਵੀ ਬਹੁਤ ਸਾਰੀਆਂ ਡਾਕੂਮੈਂਟਰੀਜ਼ ਫਿਲਮ ਬਣੀਆਂ ਹੋਈਆਂ ਨੇ। ਤੁਸੀਂ YouTube ਤੇ ਜਾ ਕੇ ਇਹ ਸਾਰੀਆਂ ਡਾਕੂਮੈਂਟਰੀਜ਼ ਫਿਲਮ ਦੇਖ ਸਕਦੇ ਹੋ।